ਹੈਲੋ ਦੋਸਤੋ, ਮੈਂ ਹਾਂ ਅੰਕਿਤ ਸਿੰਘ ਰਾਣਾ ਤੇ ਪ੍ਰਤਾਪ ਅਕੈਡਮੀ ਦੇ ਆਫੀਸ਼ੀਅਲ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ, ਆਪਾਂ ਇਹਨੇ ਇੱਕ ਵੀਡੀਓ ਸੀਰੀਜ਼ ਸ਼ੁਰੂ ਕਰੀ ਸੀ ਸੰਵਿਧਾਨ ਬਾਰੇ, ਹੈ ਨਾ, ਜਿਸ 'ਚ ਆਪਾਂ ਪੂਰੀ ਡਿਟੇਲ ਦੇ ਨਾਲ ਆਪਾਂ ਸੰਵਿਧਾਨ ਨੂੰ ਪੜ੍ਹਨਾ ਸੀ। ਜਿੰਨਾ ਕੁ ਆਪਣਾ ਪੰਜਾਬ ਕੌਂਸਟੇਬਲ ਦੇ ਜਾਂ ਪੰਜਾਬ ਦੇ ਹੋਰ ਜਿੰਨੇ ਵੀ ਐਗਜ਼ਾਮ ਹਲੇ ਆਣੇ ਨੇ, ਹੈ ਨਾ, ਉਹਨਾਂ ਸਾਰਿਆਂ ਦੇ ਲਈ ਇੰਪੋਰਟੈਂਟ ਹੈ ਨਾ, ਉਹ ਸਾਰਾ ਆਪਾਂ ਨੇ ਪੜ੍ਹਨਾ ਸੀ। ਤਾਂ ਪਹਿਲੀ ਵੀਡੀਓ ਮੈਂ ਕੱਲ੍ਹ ਅਪਲੋਡ ਕਰੀ ਸੀ, ਉਹਨੂੰ ਜਿਹੜਾ ਰਿਸਪੌਂਸ ਆਇਆ ਉਹ बढ़िया है ਬਈ, ਠੀਕ ਹੈ ਨਾ। ਆਪਾਂ ਇਹ ਵੀਡੀਓ ਸੀਰੀਜ਼ ਨੂੰ ਸ਼ੁਰੂ ਕਰਾਂਗੇ, ਮਤਲਬ ਕੰਟੀਨਿਊ ਕਰਾਂਗੇ, ਠੀਕ ਹੈ। ਇਹ ਉਸ ਵੀਡੀਓ ਸੀਰੀਜ਼ ਦਾ ਦੂਜਾ ਭਾਗ ਹੈ। ਅੱਜ ਆਪਾਂ ਡਿਸਕਸ ਕਰਾਂਗੇ ਜਿਹੜਾ ਕੌਂਸਟੀਟਿਊਸ਼ਨ ਹੈ ਆਪਣਾ, ਹੈ ਨਾ, ਉਹਦੇ ਸੋਰਸ ਕੀ ਨੇ, ਅਤੇ ਉਸ ਇੱਕ ਟੌਪਿਕ ਹੈ ਪ੍ਰੀਐਂਬਲ। ਇਹ ਦੋ ਟੌਪਿਕ ਆਪਾਂ ਅੱਜ ਡਿਸਕਸ ਕਰਾਂਗੇ, ਠੀਕ ਹੈ। ਜੁੜ ਸਕਦੇ ਹੋ ਤੁਸੀਂ ਸਾਡੇ ਨਾਲ ਸਾਡੇ ਇੰਸਟਾਗ੍ਰਾਮ ਅਕਾਊਂਟ 'ਤੇ। ਇਹ ਸਾਡਾ ਇੰਸਟਾਗ੍ਰਾਮ ਅਕਾਊਂਟ ਹੈ ਬਈ, ਠੀਕ ਹੈ। ਅਤੇ ਟੈਲੀਗ੍ਰਾਮ ਹੈ, ਟੈਲੀਗ੍ਰਾਮ ਦਾ ਲਿੰਕ ਤੁਹਾਨੂੰ ਥੱਲੇ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਮਿਲ ਜੂਗਾ, ਠੀਕ ਹੈ ਬਾਈ। ਆਪਾਂ ਸ਼ੁਰੂ ਕਰਦੇ ਹਾਂ। ਕੱਲ੍ਹ ਜਿੰਨਾ ਕੁ ਆਪਾਂ ਨੇ ਕਰਿਆ, ਹੈ ਨਾ, ਇਹ ਆਖਰੀ ਸਲਾਈਡ ਸੀ ਜਿੱਥੋਂ ਆਪਾਂ ਨੇ ਵੀਡੀਓ ਦਾ ਐਂਡ ਕਰਿਆ ਸੀ ਕਿ ਜਦੋਂ ਸੰਵਿਧਾਨ ਬਣ ਕੇ ਰੈਡੀ ਹੋਇਆ ਸੀ 26 ਨਵੰਬਰ ਨੂੰ, ਹੈ ਨਾ, ਸੰਵਿਧਾਨ ਅਪਣਾਇਆ ਗਿਆ ਸੀ 26 ਨਵੰਬਰ 1949 ਨੂੰ। ਉਸ ਤੋਂ ਬਾਅਦ ਫਿਰ ਇਹਨਾਂ ਨੇ 24 ਜਨਵਰੀ ਨੂੰ ਆਖਰੀ ਮੀਟਿੰਗ ਕਰੀ ਸੀ 1950 'ਚ, ਅਤੇ ਫਿਰ 26 ਜਨਵਰੀ ਨੂੰ ਇਹ ਸੰਵਿਧਾਨ ਲਾਗੂ ਕਰਤਾ ਸੀ, ਠੀਕ ਆ, ਪੂਰੇ ਦੇਸ਼ 'ਤੇ। ਉਸ ਟਾਈਮ ਜਿਹੜਾ ਸੰਵਿਧਾਨ ਲਾਗੂ ਹੋਇਆ ਸੀ ਉਹ ਮੂਲ ਸੰਵਿਧਾਨ ਸੀ। ਉਸ 'ਚ 22 ਭਾਗ ਸੀ, 395 ਅਨੁਛੇਦ ਅਤੇ 8 ਅਨੁਸੂਚੀਆਂ ਸਨ, ਠੀਕ ਹੈ। ਇਹੀ ਆਪਾਂ ਨੇ ਡਿਸਕਸ ਕਰਨਾ ਹੈ। ਤਾਂ ਅੱਜ ਦੀ ਵੀਡੀਓ ਆਪਾਂ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਬਾਈ ਇਹ ਗੱਲ ਤੁਸੀਂ ਦੁਬਾਰਾ ਯਾਦ ਕਰੋ ਕਿ ਜਦੋਂ ਡਰਾਫਟਿੰਗ ਕਮੇਟੀ ਬਣੀ ਸੀ, ਹੈ ਨਾ, ਡਰਾਫਟਿੰਗ ਕਮੇਟੀ ਜਿਹਦਾ ਚੇਅਰਮੈਨ ਸੀਗਾ ਭੀਮ ਰਾਓ ਅੰਬੇਡਕਰ, 29 ਅਗਸਤ 1947 ਨੂੰ ਬਣੀ ਸੀ, ਹੈ ਨਾ। ਇਸ ਕਮੇਟੀ ਦਾ ਕੰਮ ਕੀ ਸੀ? ਤਾਂ ਇਸ ਕਮੇਟੀ ਦਾ ਕੰਮ ਸੀ ਵੀ ਜਿਹੜਾ ਸੰਵਿਧਾਨ ਹੈ ਉਹ ਕਿਹੋ ਜਿਹਾ ਹੋਊਗਾ ਨਾ, ਉਹਦਾ ਡਰਾਫਟ ਤਿਆਰ ਕਰਨਾ ਸੀਗਾ। ਵੀ ਦੇਖੋ, ਸੰਵਿਧਾਨ ਬਣਾਉਣ ਵਾਲੇ ਜਿੰਨੇ ਵੀ ਮੈਂਬਰ ਸੀ, ਹੈ ਨਾ, ਉਹ ਵੀ ਸਾਰੇ ਆਪਣੇ ਕੋਈ ਆਈਡੀਏ ਲੈ ਕੇ ਆਏ ਹੋਏ ਸੀਗੇ ਵੀ ਆਪਾਂ ਇੱਦਾਂ ਦਾ ਸੰਵਿਧਾਨ ਬਣਾਉਣਾ, ਹੈ ਨਾ। ਸਭ ਦੇ ਆਪਣੇ ਆਪਣੀ ਰਾਏ ਸੀ, ਸਭ ਦੇ ਆਪਣੇ ਆਪਣੇ ਵਿਚਾਰ ਸੀ, ਠੀਕ ਹੈ। ਇਸ ਤੋਂ ਇਲਾਵਾ ਫਿਰ ਆਪਾਂ ਨੇ ਹੋਰ ਕੀ ਕਰਿਆ ਸੀ, ਬਾਕੀ ਉਸ ਟਾਈਮ ਦੇ ਜਿੰਨੇ ਵੀ ਕੰਟਰੀਜ਼ ਸੀ, ਹੈ ਨਾ, ਉਹਨਾਂ ਦੇ ਸਾਰਿਆਂ ਦੇ ਸੰਵਿਧਾਨ ਪੜ੍ਹੇ। ਜੋ ਚੀਜ਼ਾਂ, ਮਤਲਬ ਜਿਹੜੀ ਚੀਜ਼ਾਂ ਆਪਾਂ ਨੂੰ ਵਧੀਆ ਲੱਗੀ ਉਹਨਾਂ ਦੇ ਸੰਵਿਧਾਨ 'ਚ ਆਪਾਂ ਨੇ ਉਹ ਸਾਰੀ ਕੀ ਕਰ ਲਈਆਂ, ਆਪਣੇ ਸੰਵਿਧਾਨ 'ਚ ਜੋੜ ਲਈਆਂ, ਹੈ ਨਾ। ਤਾਂ ਇੱਦਾਂ ਕਰਕੇ ਆਪਣਾ ਜਿਹੜਾ ਸੰਵਿਧਾਨ ਹੈ ਉਹ ਤਿਆਰ ਹੋਇਆ ਹੈ, ਠੀਕ ਹੈ। ਤਾਂ ਆਪਣੇ ਕੋਲ ਕੁਐਸਚਨ ਕਿੱਦਾਂ ਆਉਂਦਾ ਬਈ ਆਪਣੇ ਕੋਲ ਕੁਐਸਚਨ ਇੱਦਾਂ ਆਉਂਦਾ ਹੈ ਵੀ ਜਿਵੇਂ ਕੋਈ ਵੀ ਆਪਣਾ ਕੋਈ ਕਾਨੂੰਨ ਹੈ ਨਾ, ਕੋਈ ਵੀ ਚੀਜ਼ ਹੈ ਵੀ ਇਹ ਆਪਾਂ ਕਿਹੜੇ ਦੇਸ਼ ਤੋਂ ਲਈ ਹੈ। ਜਿਵੇਂ ਸਿੰਗਲ ਸਿਟੀਜ਼ਨਸ਼ਿਪ ਹੈ, ਮੈਂ ਤੁਹਾਨੂੰ ਇੱਕ ਸਿੰਪਲ ਦਾ ਕੁਐਸਚਨ ਦੱਸਦਾ। ਕੁਐਸਚਨ ਇੱਦਾਂ ਹੋਊਗਾ ਕਿ ਸਿੰਗਲ ਸਿਟੀਜ਼ਨਸ਼ਿਪ ਦਾ ਪ੍ਰਧਾਨ ਹੈ, ਜਿਹੜਾ ਪ੍ਰਧਾਨ ਹੈ ਉਹ ਭਾਰਤ ਨੇ ਕਿਹੜੇ ਦੇਸ਼ ਤੋਂ ਲਿਆ ਹੈ? ਤਾਂ ਉਹ ਆਪਾਂ ਨੇ ਬ੍ਰਿਟੇਨ ਤੋਂ ਲਿਆ, ਠੀਕ ਹੈ। ਇੱਦਾਂ ਦੇ ਕੁਐਸਚਨ ਆਉਂਦੇ ਆ ਬਈ, ਠੀਕ ਹੈ। ਤਾਂ ਆਪਾਂ ਸਾਰੇ ਜਿਹੜਾ ਅਗਲਾ ਟੌਪਿਕ ਹੈ ਉਹੀ ਆਪਣਾ ਟੌਪਿਕ ਹੈ ਕਿ ਡਿਫਰੈਂਟ ਸੋਰਸ ਆਫ ਇੰਡੀਅਨ ਕੌਂਸਟੀਟਿਊਸ਼ਨ, ਭਾਰਤ ਦੇ ਸੰਵਿਧਾਨ ਦੇ ਵੱਖ-ਵੱਖ ਸਰੋਤ, ਠੀਕ ਹੈ। ਕਿ ਜਿਹੜਾ ਭਾਰਤ ਦਾ ਸੰਵਿਧਾਨ ਹੈ ਨਾ, ਉਸ 'ਚ ਆਪਾਂ ਨੇ ਜੋ ਵੀ ਚੀਜ਼ਾਂ, ਜਿਹੜੇ ਸੰਵਿਧਾਨ ਬਣਾਉਣ ਵਾਲੇ ਸੀਗੇ, ਜੋ ਵੀ ਚੀਜ਼ਾਂ ਉਹਨਾਂ ਨੇ ਐਡ ਕਰੀਆਂ, ਉਹ ਮੇਨਲੀ ਕਿੱਥੋਂ ਲਈਆਂ ਸੀ ਉਹਨਾਂ ਨੇ, ਹੈ ਨਾ। ਤਾਂ ਦੇਖੋ ਵੀ ਸਭ ਤੋਂ ਪਹਿਲਾ ਕੁਐਸਚਨ ਤਾਂ ਆਹੀ ਬਣਦਾ ਕਿ ਜਿਹੜਾ ਭਾਰਤ ਦਾ ਸੰਵਿਧਾਨ ਹੈ ਉਹਦਾ ਬਲੂ ਪ੍ਰਿੰਟ ਕਿਹਨੂੰ ਕਿਹਾ ਜਾਂਦਾ ਹੈ, ਠੀਕ ਹੈ। ਬਲੂ ਪ੍ਰਿੰਟ ਹੁੰਦਾ ਇੱਕ ਤਰ੍ਹਾਂ ਦਾ ਖਾਕਾ ਤਿਆਰ ਕਰਨਾ, ਹੈ ਨਾ, ਵੀ ਤੁਸੀਂ ਕਹਿ ਸਕਦੇ ਹੋ ਵੀ ਕਿਸ ਚੀਜ਼ ਦੇ ਉੱਤੇ ਬੇਸਡ ਹੈ ਸਾਰਾ ਦਾ ਸਾਰਾ ਸੰਵਿਧਾਨ। ਤਾਂ ਆਪਣਾ ਸਾਰਾ ਦਾ ਸਾਰਾ ਸੰਵਿਧਾਨ ਬਈ ਅੰਗਰੇਜ਼ ਇੱਕ ਐਕਟ ਲੈ ਕੇ ਆਏ ਸੀ, ਗੌਰਮੈਂਟ ਆਫ ਇੰਡੀਆ ਐਕਟ 1935, ਉਹਦੇ ਉੱਤੇ ਬੇਸਡ ਹੈ, ਠੀਕ ਹੈ ਨਾ। ਲਗਭਗ ਤੁਸੀਂ ਕਹਿ ਸਕਦੇ ਹੋ ਉਹੀ ਚੀਜ਼ ਹੈ, ਬਸ ਆਪਾਂ ਨੇ ਥੋੜ੍ਹਾ ਜਿਹਾ ਕੀ ਕਰਤਾ, ਉਹਨੂੰ ਮੋਡੀਫਾਈ ਕਰਤਾ, ਕੁਝ ਚੀਜ਼ਾਂ ਐਕਸਟਰਾ ਉਹਦੇ 'ਚ ਐਡ ਕਰਤੀਆਂ, ਕੁਛ ਚੀਜ਼ਾਂ ਗੌਰਮੈਂਟ ਆਫ ਇੰਡੀਆ ਐਕਟ ਜਿਹੜਾ ਸੀਗਾ ਉਹਦੇ 'ਚ ਕੱਟ ਕਰਕੇ ਕੁਝ ਐਡ ਕਰਦੀਆਂ, ਠੀਕ ਹੈ ਨਾ। ਬਸ ਉਹੀ ਸੀਗਾ, ਬਸ ਉਹਨੂੰ ਮੋਡੀਫਾਈ ਕਰਕੇ ਆਪਾਂ ਨੇ ਸੰਵਿਧਾਨ ਤਿਆਰ ਕਰ ਲਿਆ, ਠੀਕ ਹੈ। ਤਾਂ ਇਹ ਬਲੂ ਪ੍ਰਿੰਟ ਕਿਹਾ ਜਾਂਦਾ ਆਪਣੇ ਸੰਵਿਧਾਨ ਦਾ, 1935 ਦਾ ਐਕਟ। ਇਹਦੇ 'ਚੋਂ ਵੀ ਆਪਾਂ ਨੇ ਕਈ ਚੀਜ਼ਾਂ ਲਈਆਂ, ਜਿਵੇਂ ਗਵਰਨਰ ਹੋ ਗਿਆ, ਹੈ ਨਾ। ਗਵਰਨਰ ਕਿੱਥੋਂ ਲਿਆ? ਗੌਰਮੈਂਟ ਆਫ ਇੰਡੀਆ ਐਕਟ 1935 ਵਾਲੇ ਐਕਟ ਤੋਂ, ਠੀਕ ਹੈ ਜੀ। ਇਸ ਤੋਂ ਇਲਾਵਾ ਇੱਕ ਜੇਲ੍ਹ ਵਾਟਰ ਦੇ ਪੇਪਰ 'ਚ ਆਇਆ ਸੀਗਾ ਕੁਐਸਚਨ ਵੀ ਆਰਡੀਨੈਂਸ ਦਾ ਜਿਹੜਾ ਮਤਲਬ ਆਰਡੀਨੈਂਸ ਜਾਰੀ ਕਰਦਾ ਹੈ ਰਾਸ਼ਟਰਪਤੀ, ਹੈ ਨਾ, ਗਵਰਨਰ ਇਹ ਜਾਰੀ ਕਰਦੇ ਨੇ, ਇਹ ਕਿਹੜੇ ਐਕਟ ਤੋਂ ਲਏ ਨੇ? ਇਹ ਵੀ 1935 ਵਾਲੇ ਐਕਟ ਤੋਂ ਲਏ ਨੇ ਆਪਾਂ ਨੇ, ਹੈ ਨਾ। ਇਹ ਦੋ ਪੁਆਇੰਟ ਵੀ ਤੁਸੀਂ ਐਕਸਟਰਾ ਲਿਖ ਲੈਣਾ ਬਾਈ, ਠੀਕ ਹੈ। ਬਾਕੀ ਮੇਨਲੀ ਕੁਐਸਚਨ ਇਹੀ ਆਉਂਦਾ ਕਿ ਇੰਡੀਅਨ ਕੌਂਸਟੀਟਿਊਸ਼ਨ ਦਾ ਬਲੂ ਪ੍ਰਿੰਟ ਕਿਹਨੂੰ ਕਿਹਾ ਜਾਂਦਾ? ਤਾਂ ਇੰਡੀਅਨ ਕੌਂਸਟੀਟਿਊਸ਼ਨ ਦਾ ਬਲੂ ਪ੍ਰਿੰਟ ਕਿਹਾ ਜਾਂਦਾ ਬਾਈ 1935 ਵਾਲੇ ਗੌਰਮੈਂਟ ਆਫ ਇੰਡੀਆ ਐਕਟ ਨੂੰ, ਠੀਕ ਹੈ। ਫਿਰ ਉਸ ਤੋਂ ਬਾਅਦ ਆਪਾਂ ਇੱਦਾਂ ਪੜ੍ਹਨਾ ਬਈ, ਜਿਵੇਂ ਬ੍ਰਿਟੇਨ ਤੋਂ ਆਪਾਂ ਨੇ ਕੀ ਲਿਆ, ਅਮਰੀਕਾ ਤੋਂ ਆਪਾਂ ਨੇ ਕੀ ਲਿਆ, ਹੈ ਨਾ। ਤਾਂ ਇਹ ਜਿਹੜੀ ਸਾਰੀ ਚੀਜ਼ਾਂ ਨੇ, ਹੈ ਨਾ, ਸਿੰਗਲ ਸਿਟੀਜ਼ਨਸ਼ਿਪ, ਲਾ ਮੇਕਿੰਗ ਪ੍ਰੋਸੀਜਰ, ਇਹ ਵੈਸੇ ਤਾਂ ਆਪਾਂ ਨੇ ਅੱਗੇ ਵੀ ਕੌਂਸਟੀਟਿਊਸ਼ਨ 'ਚ ਪੜ੍ਹਨੀ ਹੈ ਇਹ ਸਾਰੀ ਚੀਜ਼ਾਂ, ਠੀਕ ਹੈ ਨਾ। ਇੱਥੇ ਤੁਹਾਨੂੰ ਕੋਈ ਚੀਜ਼ ਸਮਝ ਆ ਰਹੀ ਹੈ ਤਾਂ ਵੀ ਵਧੀਆ ਗੱਲ ਹੈ, ਨਹੀਂ ਆ ਰਹੀ ਕੋਈ ਚੱਕਰ ਨਹੀਂ ਬਈ, ਉਹਨੂੰ ਐਜ਼ ਇਟ ਇਜ਼ ਇੱਦਾਂ ਹੀ ਲਿਖ ਲਿਓ ਕਿ ਬ੍ਰਿਟੇਨ ਤੋਂ ਆਪਾਂ ਨੇ ਆਹ ਚੀਜ਼ ਲਈ ਹੈ। ਕਿਉਂਕਿ ਅੱਗੇ ਜਦੋਂ ਆਪਾਂ ਸੰਵਿਧਾਨ ਨੂੰ ਪੜ੍ਹਾਂਗੇ, ਹੈ ਨਾ, ਡਿਸਕਸ ਕਰਾਂਗੇ, ਇਹ ਸਾਰੀ ਚੀਜ਼ਾਂ ਹੀ ਡਿਸਕਸ ਕਰਨੀਆਂ, ਇਹਨਾਂ ਤੋਂ ਮਿਲ ਕੇ ਹੀ ਸੰਵਿਧਾਨ ਬਣਿਆ ਹੋਇਆ ਹੈ, ਠੀਕ ਹੈ। ਇਹ ਸਾਰੀ ਚੀਜ਼ਾਂ ਹੀ ਆਪਾਂ ਨੇ ਡਿਸਕਸ ਕਰਨੀਆਂ। ਇੱਥੇ ਮੈਂ ਤੈਨੂੰ ਸਾਰੀ ਚੀਜ਼ਾਂ ਬਾਰੇ ਉੱਪਰੋਂ ਜੋ
ਬੇਸਿਕ ਜੀ ਗੱਲਾਂ ਨਾ ਬਸ ਉਹੀ ਦੱਸਣੀਆਂ ਹੈ ਨਾ। ਤਾਂ ਬ੍ਰਿਟੇਨ ਤੋਂ ਆਪਾਂ ਨੇ ਕੀ ਲਿਆ, ਇੱਕ ਤਾਂ ਸਿੰਗਲ ਸਿਟੀਜ਼ਨਸ਼ਿਪ ਲਈ ਹੈ ਬਈ, ਇੱਕ ਹੈਰੀ ਨਾਗਰਿਕਤਾ ਹੈ ਨਾ। ਸਿੰਗਲ ਸਿਟੀਜ਼ਨਸ਼ਿਪ ਕੀ ਹੁੰਦੀ ਹੈ, ਜਿਵੇਂ ਆਪਣਾ ਦੇਸ਼ ਹੈ ਨਾ, ਆਪਣੇ ਦੇਸ਼ 'ਚ ਤੁਹਾਡੇ ਕੋਲ ਇੱਕ ਹੀ ਪਾਸਪੋਰਟ ਹੋਊਗਾ ਨਾ ਇੰਡੀਆ ਦਾ। ਇਹ ਤਾਂ ਨਹੀਂ ਵੀ ਤੁਸੀਂ ਪੰਜਾਬ ਦਾ ਸਰਟੀਫਿਕੇਟ, ਪੰਜਾਬ ਦਾ ਜਿਹੜਾ ਪਾਸਪੋਰਟ ਹੈ ਉਹ ਅਲੱਗ ਲੈ ਕੇ ਬੈਠੇ ਹੋ ਹੈ ਨਾ, ਹਰਿਆਣੇ ਦਾ ਅਲੱਗ ਪਾਸਪੋਰਟ ਹੈ ਜਿਹੜੇ ਹਰਿਆਣੇ ਵਾਲੇ ਨੇ, ਇੱਦਾਂ ਦਾ ਕੁਛ ਨਹੀਂ ਹੈਗਾ, ਠੀਕ ਹੈ ਨਾ। ਸਾਰਿਆਂ ਕੋਲ ਇੱਕ ਹੀ ਪਾਸਪੋਰਟ ਹੈ, ਤਾਂ ਆਪਾਂ ਇੱਕ ਹੀ ਮਤਲਬ ਆਪਣੇ ਦੇਸ਼ ਦੀ ਜਿਹੜੀ ਸਿਟੀਜ਼ਨਸ਼ਿਪ ਹੈ ਉਹ ਸਿੰਗਲ ਸਿਟੀਜ਼ਨਸ਼ਿਪ ਹੈ। ਪਰ ਕਈ ਕੰਟਰੀਆਂ ਇਹੋ ਜਿਹੀ ਨੇ ਬਈ ਜਿੱਥੇ ਡਿਊਲ ਸਿਟੀਜ਼ਨਸ਼ਿਪ ਹੁੰਦੀ ਹੈ, ਦੋਹਰੀ ਨਾਗਰਿਕਤਾ ਉਹਨੂੰ ਬੋਲ ਦਿੰਦੇ ਨੇ, ਜਿਵੇਂ ਅਮਰੀਕਾ ਹੋ ਗਿਆ ਹੈ ਨਾ। ਉੱਥੇ ਅਮਰੀਕਾ ਦਾ ਜਿਹੜਾ ਪਾਸਪੋਰਟ ਹੈ ਪੂਰੀ ਕੰਟਰੀ ਦਾ ਉਹ ਅਲੱਗ ਹੋ ਗਿਆ, ਅਤੇ ਜਿਹੜੀ ਸਟੇਟ ਦਾ ਉੱਥੇ ਬੰਦਾ ਰਹਿਣ ਵਾਲਾ ਹੋ ਗਿਆ ਹੈ ਨਾ ਉਹਨਾਂ ਦਾ ਪਾਸਪੋਰਟ ਅਲੱਗ ਹੁੰਦਾ ਹੈ। ਇੱਦਾਂ ਕਰਕੇ ਕੋਈ ਸਿਸਟਮ ਹੁੰਦਾ ਉਹਨਾਂ ਦਾ, ਠੀਕ ਹੈ। ਉਹ ਡਿਊਲ ਸਿਟੀਜ਼ਨਸ਼ਿਪ ਹੁੰਦੀ ਹੈ। ਤਾਂ ਇਹ ਵੀ ਪੁੱਛ ਲੈਂਦੇ ਨੇ ਬਈ ਕਿ ਡਿਊਲ ਸਿਟੀਜ਼ਨਸ਼ਿਪ ਕਿਹੜੇ ਦੇਸ਼ 'ਚ ਹੈ, ਤਾਂ ਡਿਊਲ ਸਿਟੀਜ਼ਨਸ਼ਿਪ ਅਮਰੀਕਾ 'ਚ ਹੈ, ਠੀਕ ਹੈ। ਅਤੇ ਸਿੰਗਲ ਸਿਟੀਜ਼ਨਸ਼ਿਪ ਇੰਡੀਆ 'ਚ ਹੈ, ਅਤੇ ਇੰਡੀਆ ਨੇ ਕਿੱਥੋਂ ਲਈ ਹੈ, ਬ੍ਰਿਟੇਨ ਤੋਂ, ਯਾਨੀ ਯੂਨਾਈਟਿਡ ਕਿੰਗਡਮ ਤੋਂ ਇਹ ਆਪਾਂ ਨੇ ਲਈ ਹੈ ਬਈ, ਠੀਕ ਹੈ। ਉਸ ਤੋਂ ਬਾਅਦ ਲਾ ਮੇਕਿੰਗ ਪ੍ਰੋਸੀਜਰ, ਕਾਨੂੰਨ ਬਣਾਉਣ ਦੀ ਵਿਧੀ, ਇਹ ਕਿੱਥੋਂ ਲਈ ਹੈ, ਇਹ ਵੀ ਬ੍ਰਿਟੇਨ ਤੋਂ ਲਈ ਹੈ। ਹੁਣ ਤਾਂ ਈਜ਼ੀਲੀ ਤੁਸੀਂ ਯਾਦ ਰੱਖ ਸਕਦੇ ਹੋ, ਦੇਖੋ ਸਾਡੇ ਉੱਤੇ ਰੂਲ ਕਿਹਨਾਂ ਨੇ ਕਰਿਆ ਸੀ, ਬ੍ਰਿਟੇਨ ਵਾਲਿਆਂ ਨੇ ਕਰਿਆ ਸੀ ਹੈ ਨਾ। ਉਹੀ ਸਾਰੇ ਰੂਲ ਰੈਗੂਲੇਸ਼ਨ ਉਹੀ ਬਣਾ ਰਹੇ ਸੀਗੇ ਨਾ ਕਾਨੂੰਨ। ਤਾਂ ਕਾਨੂੰਨ ਬਣਾਉਣ ਦੀ ਵਿਧੀ ਆਪਣੇ ਲਈ ਕਿਹਨਾਂ ਤੋਂ ਹੈ, ਉਹਨਾਂ ਤੋਂ ਹੀ ਲਈ ਹੈ। ਜਿੱਦਾਂ ਦੇ ਕਾਨੂੰਨ ਉਹ ਬਣਾ ਰਹੇ ਸੀ ਉੱਦਾਂ ਆਪਾਂ ਬਣਾ ਰਹੇ ਹਾਂ, ਠੀਕ ਹੈ ਨਾ। ਉਸ ਤੋਂ ਇਲਾਵਾ ਫਿਰ ਬਾਈ ਕੈਮਰਲ ਪਾਰਲੀਮੈਂਟਰੀ ਸਿਸਟਮ, ਦੋ ਸੰਸਦੀ ਪ੍ਰਣਾਲੀ, ਦੋ ਸੰਸਦੀ ਨਹੀਂ, ਇੱਥੇ ਦੋ ਸਦਨੀ ਤੁਸੀਂ ਲਿਖ ਸਕਦੇ ਹੋ, ਠੀਕ ਹੈ। ਦੋ ਸੰਸਦੀ ਪ੍ਰਣਾਲੀ। ਦੇਖੋ ਜਿਹੜੀ ਆਪਣੀ ਸੰਸਦ ਹੈ ਨਾ, ਸੰਸਦ 'ਚ ਕੀ ਹੈ, ਦੋ ਸਦਨ ਨੇ ਬਈ। ਦੋ ਸਦਨ ਕਿਹੜੇ ਨੇ, ਇੱਕ ਲੋਕ ਸਭਾ ਹੋਊਗੀ, ਇੱਕ ਰਾਜ ਸਭਾ ਹੋਊਗੀ ਹੈ ਨਾ, ਦੋ ਸਦਨ ਹੋ ਗਏ। ਇਹ ਆਪਾਂ ਨੇ ਕਿੱਥੋਂ ਲਈ ਹੈ, ਇਹ ਵੀ ਬ੍ਰਿਟੇਨ ਤੋਂ ਲਿਆ ਹੈ ਨਾ। ਉੱਥੇ ਵੀ ਦੋ ਸਦਨ ਹੁੰਦੇ ਆ, ਠੀਕ ਹੈ। ਤਾਂ ਸੇਮ ਹੈ ਬਈ, ਜਿੱਥੇ ਦੋ ਸਦਨ ਹੁੰਦੇ ਆ ਉਹਨੂੰ ਇੰਗਲਿਸ਼ 'ਚ ਬਾਈ ਕੈਮਰਲ ਕਹਿੰਦੇ ਆ, ਜਿੱਥੇ ਇੱਕ ਸਦਨ ਹੁੰਦਾ ਉਹਨੂੰ ਇੰਗਲਿਸ਼ 'ਚ ਯੂਨੀ ਕੈਮਰਲ ਕਹਿੰਦੇ ਆ। ਤਾਂ ਇਹ ਵੀ ਆਪਾਂ ਨੇ ਬ੍ਰਿਟੇਨ ਤੋਂ ਲਿਆ। ਨੈਕਸਟ ਰੂਲ ਆਫ ਲਾ, ਕਾਨੂੰਨ ਦਾ ਰਾਜ, ਇਹ ਵੀ ਆਪਾਂ ਨੇ ਇੱਥੋਂ ਲਿਆ। ਨੈਕਸਟ ਹੈ ਬਈ ਕੈਗ ਦਾ ਦਫ਼ਤਰ ਹੈ ਜਿਹੜਾ ਆਫਿਸ ਹੈ, ਜਾਂ ਕੈਗ ਜਿਹੜੀ ਪੋਸਟ ਹੈ ਉਹ ਆਪਾਂ ਨੇ ਬ੍ਰਿਟੇਨ ਤੋਂ ਲਈ ਹੈ। ਹੁਣ ਇਹ ਕੈਗ ਹੈ ਕੀ ਹੈ, ਇਹ ਆਪਾਂ ਅੱਗੇ ਪੜ੍ਹਾਂਗੇ ਜਦੋਂ ਆਪਾਂ ਸੰਵਿਧਾਨ ਨੂੰ ਪੜ੍ਹਾਂਗੇ, ਠੀਕ ਹੈ ਨਾ। ਸਾਰੀ ਵੀਡੀਓ ਖਤਮ ਹੋਣ ਤੋਂ ਬਾਅਦ ਮਤਲਬ ਜਿੰਨੇ ਵੀ ਪਾਰਟ ਬਣਨੇ ਨੇ ਹੈ ਨਾ, ਕਾਂਸਟੇਬਲ ਦੇ ਐਗਜ਼ਾਮ ਤੋਂ ਪਹਿਲਾਂ ਮੇਰੀ ਕੋਸ਼ਿਸ਼ ਹੈ ਕਿ ਮੈਂ ਤੁਹਾਨੂੰ ਸਾਰਾ ਜਿਹੜਾ ਸੰਵਿਧਾਨ ਹੈ ਉਹ ਕਲੀਅਰ ਕਰਾ ਦਾਂ ਹੈ ਨਾ। ਅੱਜ ਦੀ ਵੀਡੀਓ ਤਾਂ ਚਲੋ ਛੋਟੀ ਹੋਊਗੀ, ਪਰ ਉਸ ਤੋਂ ਬਾਅਦ ਅੱਗੇ ਤੋਂ ਜਿਹੜੀ ਵੀ ਵੀਡੀਓ ਹੋਊਗੀ ਉਹ 1 ਘੰਟੇ ਤੋਂ ਉੱਪਰ ਹੀ ਹੋਊਗੀ ਬਈ ਹੈ ਨਾ, ਠੀਕ ਹੈ। ਆਪਣੀ ਕੋਸ਼ਿਸ਼ ਹੈ ਕਿ 5 ਜਾਂ 6 ਲੈਕਚਰਾਂ 'ਚ ਪੂਰਾ ਜਿਹੜਾ ਸੰਵਿਧਾਨ ਹੈ ਉਹ ਆਪਾਂ ਕਵਰ ਕਰ ਦਈਏ, ਠੀਕ ਹੈ। ਤਾਂ ਇਹ ਕੈਗ ਵੀ ਆਪਾਂ ਅੱਗੇ ਹੀ ਪੜ੍ਹਾਂਗੇ, ਠੀਕ ਹੈ। ਕੈਗ ਵੀ ਬਸ ਇੱਥੇ ਹਾਲੇ ਇੰਨਾ ਹੀ ਯਾਦ ਰੱਖੋ, ਕੈਗ ਆਪਾਂ ਨੇ ਕਿੱਥੋਂ ਲਿਆ, ਬ੍ਰਿਟੇਨ ਤੋਂ। ਅਤੇ ਸਪੀਕਰ ਹੁੰਦਾ ਜਿਹੜਾ ਲੋਕ ਸਭਾ 'ਚ ਜਾਂ ਵਿਧਾਨ ਸਭਾ 'ਚ, ਇਹ ਵੀ ਬ੍ਰਿਟੇਨ ਦੀ ਹੀ ਦੇਣ ਹੈ ਬਈ, ਠੀਕ ਹੈ ਨਾ। ਇਸ ਤੋਂ ਇਲਾਵਾ ਹੋਰ ਕਾਫੀ ਚੀਜ਼ਾਂ ਨੇ ਬਈ ਜਿਹੜੀ ਆਪਾਂ ਨੇ ਬ੍ਰਿਟੇਨ ਤੋਂ ਲਈਆਂ ਨੇ ਹੈ ਨਾ, ਬਹੁਤ ਨੇ, ਬਟ ਤੁਸੀਂ ਇੰਨਾ ਕੁ ਯਾਦ ਰੱਖੋ, ਇੰਨਾ ਬਹੁਤ ਹੈ ਬਈ, ਠੀਕ ਹੈ ਨਾ। ਫਿਰ ਨੈਕਸਟ ਹੈ ਅਮਰੀਕਾ, USA, ਯੂਨਾਈਟਿਡ ਸਟੇਟਸ ਆਫ ਅਮਰੀਕਾ। ਇਹਨਾਂ ਤੋਂ ਕੀ ਲਿਆ ਬਈ, ਕੀ ਲਿਆ ਇਹਨਾਂ ਤੋਂ, ਇੱਕ ਫੰਡਾਮੈਂਟਲ ਰਾਈਟ ਹੋ ਗਏ ਜਿਨ੍ਹਾਂ ਨੂੰ ਬੁਨਿਆਦੀ ਅਧਿਕਾਰ, ਜਾਂ ਹਿੰਦੀ 'ਚ ਜਾਂ ਇੱਕ ਹੋਰ ਵੀ ਕਹਿ ਦਿੰਦੇ ਆਪਾਂ ਪੰਜਾਬੀ 'ਚ ਵੀ ਮੌਲਿਕ ਅਧਿਕਾਰ ਕਹਿ ਦਿੰਦੇ ਆ ਹੈ ਨਾ। ਤਾਂ ਮੌਲਿਕ ਅਧਿਕਾਰ ਇਹਨਾਂ ਤੋਂ ਲਏ ਨੇ। ਹਰ ਵਿਅਕਤੀ ਹੈ ਜਿਹੜਾ ਆਪਣੇ ਦੇਸ਼ ਦਾ, ਉਹਦੇ ਕੋਲ ਕੁਛ ਨਾ ਕੁਛ ਜਿਹੜੇ ਮਤਲਬ ਉਹਦੇ ਬੁਨਿਆਦੀ ਅਧਿਕਾਰ ਨੇ ਵੀ ਉਹ ਤਾਂ ਉਹਦੇ ਕੋਲ ਹੁੰਦੇ ਹੀ ਹੁੰਦੇ ਆ ਹੈ ਨਾ। ਉਹ ਸਾਰੇ ਜਿਹੜੇ ਰਾਈਟ ਨੇ ਹੈ ਨਾ ਉਹ ਅਮਰੀਕਾ ਤੋਂ ਲਏ ਨੇ। ਇਸ ਤੋਂ ਇਲਾਵਾ ਇੰਡੀਪੈਂਡੈਂਸ ਆਫ ਜੁਡੀਸ਼ਰੀ, ਨਿਆਂਪਾਲਿਕਾ ਦੀ ਸੁਤੰਤਰਤਾ, ਠੀਕ ਹੈ। ਆਪਣੇ ਦੇਸ਼ 'ਚ ਜਿਹੜੀ ਜੁਡੀਸ਼ਰੀ ਆ ਉਹ ਪੂਰੀ ਤਰ੍ਹਾਂ ਆਜ਼ਾਦ ਹੈ, ਇਹ ਆਪਾਂ ਨੇ ਅਮਰੀਕਾ ਤੋਂ ਲਿਆ। ਪ੍ਰੀਐਂਬਲ, ਪ੍ਰਸਤਾਵਨਾ, ਇਹ ਵੀ ਅਮਰੀਕਾ ਤੋਂ ਲਈ ਆ। ਇਹ ਹੈ ਕੀ ਹੈ ਪ੍ਰੀਐਂਬਲ, ਇਹ ਆਪਾਂ ਅੱਗੇ ਪੜ੍ਹਾਂਗੇ, ਇਸੇ ਵੀਡੀਓ 'ਚ ਪੜ੍ਹਾਂਗੇ ਇਹਨੂੰ, ਠੀਕ ਹੈ ਨਾ। ਸਭ ਤੋਂ ਪਹਿਲਾ ਟੌਪਿਕ ਇਹੀ ਹੈ ਜਦੋਂ ਆਪਾਂ ਸੰਵਿਧਾਨ ਸ਼ੁਰੂ ਕਰਦੇ ਹਾਂ। ਉਸ ਤੋਂ ਬਾਅਦ ਜੁਡੀਸ਼ੀਅਲੀ ਰਿਵਿਊ, ਨਿਆਇਕ ਸਮੀਖਿਆ, ਠੀਕ ਹੈ ਨਾ, ਇਹ ਵੀ ਅੱਗੇ ਪੜ੍ਹਾਂਗੇ ਆਪਾਂ, ਇਹ ਵੀ ਆਪਾਂ ਨੇ ਅਮਰੀਕਾ ਤੋਂ ਲਿਆ, ਠੀਕ ਹੈ ਨਾ। ਅਤੇ ਫੰਕਸ਼ਨ ਆਫ ਪ੍ਰੈਜ਼ੀਡੈਂਟ ਅਤੇ ਵਾਈਸ ਪ੍ਰੈਜ਼ੀਡੈਂਟ, ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦੇ ਕਾਰਜ ਜਿਹੜੇ ਕੰਮ ਨੇ ਹੈ ਨਾ, ਉਹ ਵੀ ਆਪਾਂ ਨੇ ਅਮਰੀਕਾ ਤੋਂ ਲਏ ਨੇ। ਅਤੇ ਸੁਪਰੀਮ ਕੋਰਟ, ਹਾਈ ਕੋਰਟ ਦੇ ਜੱਜਾਂ ਨੂੰ ਹਟਾਉਣਾ, ਇਹ ਵੀ ਆਪਾਂ ਨੇ ਅਮਰੀਕਾ ਤੋਂ ਲਿਆ। ਅਤੇ ਵਾਈਸ ਪ੍ਰੈਜ਼ੀਡੈਂਟ ਐਜ਼ ਚੇਅਰਮੈਨ ਆਫ ਰਾਜ ਸਭਾ, ਜਿਹੜੇ ਆਪਣੇ ਦੇਸ਼ ਦਾ ਵਾਈਸ ਪ੍ਰੈਜ਼ੀਡੈਂਟ ਹੁੰਦਾ ਹੈ ਨਾ, ਉਪ ਰਾਸ਼ਟਰਪਤੀ ਹੁੰਦਾ ਬਈ, ਉਹ ਐਟੋਮੈਟਿਕਲੀ ਰਾਜ ਸਭਾ ਦਾ ਕੀ ਹੁੰਦਾ, ਚੇਅਰਮੈਨ। ਰਾਜ ਸਭਾ ਦਾ ਕੋਈ ਅਲੱਗ ਤੋਂ ਚੇਅਰਮੈਨ ਨਹੀਂ ਹੁੰਦਾ। ਜੋ ਵੀ ਵਿਅਕਤੀ ਦੇਸ਼ ਦਾ ਉਪ ਰਾਸ਼ਟਰਪਤੀ ਬਣੇਗਾ ਉਹ ਉਸੇ ਦਿਨ ਐਟੋਮੈਟਿਕਲੀ ਰਾਜ ਸਭਾ ਦਾ ਚੇਅਰਮੈਨ ਬਣ ਜਾਂਦਾ, ਠੀਕ ਹੈ ਨਾ। ਤਾਂ ਇਹ ਵੀ ਆਪਾਂ ਨੇ ਅਮਰੀਕਾ ਤੋਂ ਲਿਆ ਬਾਈ। ਨੈਕਸਟ ਹੈ ਕੈਨੇਡਾ। ਕੈਨੇਡਾ ਤੋਂ ਦੇਖ ਲਓ ਕੀ ਲਿਆ ਆਪਾਂ ਨੇ। ਇੱਕ ਤਾਂ ਲਿਆ ਰੈਜੀਡਿਊਰੀ ਪਾਵਰ ਟੂ ਸੈਂਟਰ। ਰੈਜੀਡਿਊਰੀ ਪਾਵਰ ਹੈ ਜਿਹੜੀ ਉਹ ਸੈਂਟਰ ਕੋਲ ਰਹੇਗੀ। ਰੈਜੀਡਿਊਰੀ ਪਾਵਰ ਨੂੰ ਆਪਾਂ ਹਿੰਦੀ 'ਚ ਅਵਸ਼ਿਸ਼ਟ ਸ਼ਕਤੀਆਂ ਤੇ ਪੰਜਾਬੀ 'ਚ ਬਕਾਇਆ ਸ਼ਕਤੀਆਂ ਵੀ ਕਹਿ ਦਿੰਦੇ ਆ, ਹੈ ਨਾ। ਅਤੇ ਜਿਹੜੀ ਵੀ ਅਵਸ਼ਿਸ਼ਟ ਸ਼ਕਤੀਆਂ ਜਾਂ ਬਕਾਇਆ ਸ਼ਕਤੀਆਂ ਹੁੰਦੀਆਂ ਉਹ ਕੇਂਦਰ ਦੇ ਕੋਲ ਰਹਿਣਗੀਆਂ। ਹੁਣ ਇਹ ਕਿਹੜੀ ਸ਼ਕਤੀਆਂ ਨੇ ਬਾਈ, ਦੇਖੋ ਜਿਵੇਂ ਤੁਸੀਂ ਇੱਦਾਂ ਸਮਝ ਸਕਦੇ ਹੋ, ਕੋਈ ਵੀ ਮਤਲਬ ਨਵਾਂ
ਕੋਈ ਨਵਾਂ ਟੌਪਿਕ ਆ ਗਿਆ ਜਾਂ ਹੈ ਨਾ ਕੋਈ ਨਵਾਂ ਸਬਜੈਕਟ ਆ ਗਿਆ ਜਿਹਦੇ 'ਤੇ ਕਾਨੂੰਨ ਬਣਾਉਣ ਦੀ ਲੋੜ ਹੈ ਨਾ, ਉਹ ਪਹਿਲਾਂ ਸਾਡੇ ਸੰਵਿਧਾਨ 'ਚ ਦਰਜ ਨਹੀਂ, ਕੁਛ ਨਵਾਂ ਹੀ ਆ ਗਿਆ ਹੈ ਨਾ, ਤਾਂ ਉਹਦੇ 'ਤੇ ਕਾਨੂੰਨ ਬਣਾਉਣ ਦੀ ਜਿਹੜੀ ਪਾਵਰ ਹੈ ਉਹ ਹਮੇਸ਼ਾ ਕਿਹਦੇ ਕੋਲ ਰਹੇਗੀ? ਸੈਂਟਰ ਕੋਲ ਰਹੇਗੀ। ਸਮਝ ਰਹੇ ਨਾ, ਜਿਹੜੀ ਕੇਂਦਰ ਸਰਕਾਰ ਹੈ, ਸੈਂਟਰ ਸਰਕਾਰ ਹੁੰਦੀ ਹੈ, ਉਹਦੇ ਕੋਲ ਰਹੂਗੀ ਕੋਈ ਵੀ ਨਵਾਂ ਕਾਨੂੰਨ ਬਣਾਉਣਾ ਹੈ ਨਾ, ਤਾਂ ਉਹਨੂੰ ਹੀ ਆਪਾਂ ਰੈਜੀਡਿਊਰੀ ਪਾਵਰਸ ਕਹਿੰਦੇ ਆ, ਬਕਾਇਆ ਹੈ ਨਾ। ਜਿਹੜਾ ਸੰਵਿਧਾਨ 'ਚ ਲਿਖਿਆ ਹੋਇਆ ਉਹ ਤਾਂ ਠੀਕ ਆ, ਬਕਾਇਆ ਜਿਹੜੀ ਸ਼ਕਤੀਆਂ ਮਤਲਬ ਬਾਕੀ ਜੋ ਵੀ ਬਚਿਆ ਉਹ ਸਾਰੀ ਕਿਹਦੇ ਕੋਲ ਹੈ? ਕੇਂਦਰ ਕੋਲ ਹੈ। ਠੀਕ ਹੈ ਨਾ, ਸਮਝ ਗਏ ਹੁਣੇ। ਨੈਕਸਟ ਹੈ ਬਈ ਫੈਡਰੇਸ਼ਨ ਵਿਦ ਸਟਰੋਂਗ ਸੈਂਟਰ। ਦੇਖੋ ਫੈਡਰੇਸ਼ਨ ਵਿਦ ਸਟਰੋਂਗ ਸੈਂਟਰ ਇਹ ਵੀ ਆਪਾਂ ਨੇ ਕੈਨੇਡਾ ਤੋਂ ਲਿਆ। ਇਹਦਾ ਮਤਲਬ ਹੈ ਵੀ ਮਜ਼ਬੂਤ ਕੇਂਦਰ ਵਾਲਾ ਸੰਘ। ਸੰਘ ਦਾ ਮਤਲਬ ਹੈ ਵੀ ਕੋਈ ਦੇਸ਼ ਹੈ ਨਾ, ਜਿਵੇਂ ਆਪਣਾ ਦੇਸ਼ ਹੈ, ਆਪਣਾ ਦੇਸ਼ ਕੀ ਹੈ? 28 ਰਾਜਾਂ ਦਾ ਇੱਕ ਸੰਘ ਹੈ। 28 ਰਾਜਾਂ ਤੇ 8 ਚਲੋ ਯੂਟੀਆਂ ਨੂੰ ਆਪਾਂ ਛੱਡ ਦਿੰਦੇ ਹਾਂ, 28 ਰਾਜਾਂ ਦਾ ਇੱਕ ਕੀ ਹੈ? ਸੰਘ ਹੈ ਬਈ, ਹੈ ਨਾ। ਵੀ 28 ਜਿਹੜੇ 28 ਰਾਜ ਨੇ ਉਹਨਾਂ ਨੇ ਅਲੱਗ-ਅਲੱਗ ਨੇ ਇਕੱਠੇ ਹੋ ਕੇ ਇੱਕ ਦੇਸ਼ ਬਣਾਇਆ ਹੋਇਆ ਹੈ ਨਾ। ਪਰ ਇਸ ਦੇਸ਼ 'ਚ ਜ਼ਿਆਦਾ ਪਾਵਰ ਕਿਹਦੇ ਕੋਲ ਹੈ? ਮਜ਼ਬੂਤ ਕੌਣ ਹੈ? ਕੇਂਦਰ ਹੈ ਨਾ। ਤਾਂ ਇਹਦਾ ਮਤਲਬ ਇਹੀ ਹੋ ਗਿਆ ਮਜ਼ਬੂਤ ਕੇਂਦਰ ਵਾਲਾ ਸੰਘ। ਇਹ ਆਪਾਂ ਨੇ ਕਿੱਥੋਂ ਲਿਆ? ਕੈਨੇਡਾ ਤੋਂ ਲਿਆ। ਨੈਕਸਟ ਹੈ ਬਈ ਸੁਪਰੀਮ ਕੋਰਟਸ ਐਡਵਾਈਜ਼ਰੀ ਜੁਰੀਡਿਕਸ਼ਨ। ਸੁਪਰੀਮ ਕੋਰਟ ਦੇ ਸਲਾਹਕਾਰੀ ਅਧਿਕਾਰ ਖੇਤਰ। ਦੇਖੋ ਜਿਹੜੀ ਸੁਪਰੀਮ ਕੋਰਟ ਹੈ ਨਾ ਉਹ ਐਡਵਾਈਜ਼ ਵੀ ਦੇ ਸਕਦੀ ਹੈ ਪ੍ਰੈਜ਼ੀਡੈਂਟ ਨੂੰ। ਠੀਕ ਹੈ ਨਾ, ਤਾਂ ਇਹ ਸਾਰਾ ਕੁਝ ਆਪਾਂ ਨੇ ਕਿਹਦੇ ਤੋਂ ਲਿਆ? ਕੈਨੇਡਾ ਤੋਂ ਲਿਆ। ਨੈਕਸਟ ਹੈ ਬਈ ਜਰਮਨੀ। ਜਰਮਨੀ ਦੇ ਸੰਵਿਧਾਨ ਤੋਂ ਆਪਾਂ ਨੇ ਕੀ ਲਿਆ? ਜਰਮਨੀ ਦੇਖੋ ਯਾਰ, ਜਰਮਨੀ ਦਾ ਨਾਂ ਸੁਣਦੇ ਹੀ ਇੱਕ ਬੰਦਾ ਮਾਈਂਡ 'ਚ ਆਉਂਦਾ ਹੈ। ਠੀਕ ਹੈ, ਕੀ ਨਾਂ ਹੈ ਉਹਦਾ? ਹਿਟਲਰ, ਹੈ ਨਾ। ਪਤਾ ਹੈ ਨਾ ਸਭ ਨੂੰ ਹਿਟਲਰ ਕਿੱਥੋਂ ਦਾ ਸੀਗਾ? ਜਰਮਨੀ ਦਾ। ਹਾਂ, ਤਾਂ ਇਸ ਬੰਦੇ ਤੋਂ ਆਪਾਂ ਯਾਦ ਕੀ ਰੱਖ ਸਕਦੇ ਹਾਂ? ਇਸ ਬੰਦੇ ਤੋਂ ਆਪਾਂ ਇਹੀ ਯਾਦ ਰੱਖ ਸਕਦੇ ਹਾਂ ਕਿ ਜਦੋਂ ਵੀ ਦੇਸ਼ 'ਚ ਐਮਰਜੈਂਸੀ ਆਪਾਤਕਾਲ ਹੈ ਨਾ ਲੱਗਦਾ ਹੈ ਤਾਂ ਸਾਰੇ ਜਿਹੜੇ ਮੌਲਿਕ ਅਧਿਕਾਰ ਨੇ ਉਹ ਖਤਮ ਹੋ ਜਾਂਦੇ ਆ। ਬਸ ਇਹ ਆਪਾਂ ਨੇ ਜਰਮਨੀ ਤੋਂ ਲਿਆ ਕਿ ਜਦੋਂ ਵੀ ਦੇਸ਼ 'ਚ ਐਮਰਜੈਂਸੀ ਲੱਗੂਗੀ ਸਾਰੇ ਮੌਲਿਕ ਅਧਿਕਾਰ, ਸਾਰੇ ਫੰਡਾਮੈਂਟਲ ਰਾਈਟ ਸਸਪੈਂਡ ਹੋ ਜਾਣਗੇ, ਮੁਅੱਤਲ ਹੋ ਜਾਣਗੇ, ਯਾਨੀ ਰੱਦ ਹੋ ਜਾਣਗੇ। ਕਲੀਅਰ ਹੈ। ਨੈਕਸਟ ਹੈ ਬਈ ਰੂਸ। ਦੇਖੋ ਰੂਸ ਦਾ ਜਿਹੜਾ ਪੁਰਾਣਾ ਨਾਂ ਹੈ ਨਾ ਉਹ USSR ਹੈ ਨਾ, ਜਾਂ ਸੋਵੀਅਤ ਸੰਘ ਵੀ ਇੱਦਾਂ ਦੇ ਵੀ ਆਪਸ਼ਨ ਆ ਜਾਂਦੇ ਨੇ ਹੈ ਨਾ। ਸੋਵੀਅਤ ਸੰਘ ਆਵੇ, ਭਾਵੇਂ USSR ਆਵੇ, ਭਾਵੇਂ ਰੂਸ ਆਵੇ, ਗੱਲ ਇੱਕੋ ਹੈ ਬਈ, ਹੈ ਨਾ। ਇਹਨਾਂ ਤੋਂ ਕੀ ਲਿਆ ਆਪਾਂ ਨੇ? ਇੱਕ ਤਾਂ ਇਹਨਾਂ ਤੋਂ ਲਿਆ ਬਈ ਫੰਡਾਮੈਂਟਲ ਡਿਊਟੀਜ਼, ਬੁਨਿਆਦੀ ਫਰਜ਼ ਯਾਨੀ ਮੌਲਿਕ ਕਰਤੱਵ। ਠੀਕ ਹੈ, ਇਹ ਇਹਨਾਂ ਤੋਂ ਲਏ ਨੇ। ਨੈਕਸਟ ਹੈ ਆਈਡੀਆ ਆਫ ਜਸਟਿਸ ਇਨ ਪ੍ਰੀਐਮਬਲ। ਪ੍ਰਸਤਾਵਨਾ, ਜਿਹੜਾ ਆਪਾਂ ਨੇ ਅੱਗੇ ਟੌਪਿਕ ਪੜ੍ਹਨਾ ਹੈ ਨਾ, ਪ੍ਰਸਤਾਵਨਾ ਦੇ ਵਿੱਚ ਜਿਹੜਾ ਜਸਟਿਸ ਨਿਆਂ ਦਾ ਸਿਧਾਂਤ ਹੈ, ਜਿਹੜਾ ਨਿਆਂ ਦਾ ਵਿਚਾਰ ਹੈ, ਉਹ ਵੀ ਆਪਾਂ ਨੇ ਰੂਸ ਤੋਂ ਲਿਆ। ਦੂਸਰਾ ਵੀ 5 ਸਾਲੀ ਯੋਜਨਾ, ਇਹ ਜਿਹੜੀ ਪਹਿਲਾਂ ਚੱਲਦੀ ਸੀਗੀ ਹੈ ਨਾ, 5 ਸਾਲ ਦੇ 5 ਈਅਰ ਪਲਾਨ ਚੱਲਦੇ ਸੀ, ਉਹ ਵੀ ਆਪਾਂ ਨੇ ਰੂਸ ਤੋਂ ਲਏ ਨੇ। ਠੀਕ ਹੈ, ਇਹ ਪੁਆਇੰਟ ਯਾਦ ਰੱਖਣਾ ਹੈ ਤੁਸੀਂ, ਇਹ ਇੰਪੋਰਟੈਂਟ ਹੈ। ਜਿਹੜੀ ਬੁਨਿਆਦੀ ਫਰਜ਼ ਨੇ ਹੈ ਨਾ, ਇੱਕ ਵਿਅਕਤੀ ਦੇ ਕੁਝ ਫਰਜ਼ ਵੀ ਹੁੰਦੇ ਆ ਦੇਸ਼ ਦੇ ਪ੍ਰਤੀ ਹੈ ਨਾ, ਆਪਣੇ ਸਮਾਜ ਦੇ ਪ੍ਰਤੀ, ਉਹ ਆਪਾਂ ਨੇ ਰੂਸ ਤੋਂ ਲਏ ਨੇ। ਤੇ ਜਿਹੜੇ ਅਧਿਕਾਰ ਨੇ ਉਹ ਆਪਾਂ ਨੇ ਅਮਰੀਕਾ ਤੋਂ ਲਏ ਨੇ ਹੈ ਨਾ। ਇਹਨਾਂ ਨੂੰ ਆਪਸ 'ਚ ਮਿਕਸ ਨਹੀਂ ਕਰਨਾ ਬਈ। ਜਿਹੜੇ ਬੁਨਿਆਦੀ ਅਧਿਕਾਰ ਨੇ, ਇਹ ਦੇਖੋ ਬੁਨਿਆਦੀ ਅਧਿਕਾਰ ਫੰਡਾਮੈਂਟਲ ਰਾਈਟਸ ਹੈ ਨਾ, ਇਹ ਆਪਾਂ ਨੇ ਅਮਰੀਕਾ ਤੋਂ ਲਏ ਨੇ। ਇਹ ਜਿਹੜੇ ਫੰਡਾਮੈਂਟਲ ਡਿਊਟੀਜ਼ ਨੇ, ਬੁਨਿਆਦੀ ਫਰਜ਼, ਇਹ ਆਪਾਂ ਨੇ ਰੂਸ ਤੋਂ ਲਏ ਨੇ। ਠੀਕ ਹੈ ਨਾ, ਇਹਨਾਂ ਨੂੰ ਮਿਕਸ ਨਹੀਂ ਕਰਨਾ ਬਈ। ਠੀਕ ਹੈ। ਨੈਕਸਟ ਦੇਖੋ ਆਇਰਲੈਂਡ। ਹੁਣ ਆਇਰਲੈਂਡ ਤੋਂ ਕੀ ਲਿਆ? ਆਇਰਲੈਂਡ ਤੋਂ ਬਈ ਇੱਕ ਤਾਂ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪੋਲਿਸੀ, ਜਿਹਨੂੰ ਆਪਾਂ ਸ਼ੋਰਟ 'ਚ DPSP ਵੀ ਲਿਖ ਦਿੰਦੇ ਆ ਹੈ ਨਾ, ਇਹ ਲਏ ਨੇ ਆਇਰਲੈਂਡ ਤੋਂ। ਇਸ ਤੋਂ ਇਹਨੂੰ ਆਪਾਂ ਹਿੰਦੀ ਜਾਂ ਪੰਜਾਬੀ 'ਚ ਕਹਿੰਦੇ ਨੇ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ। ਇਹ ਚੈਪਟਰ ਵੀ ਅੱਗੇ ਪੂਰੇ ਦਾ ਪੂਰਾ ਹੈ, ਭਾਗ 4 'ਚ ਪੂਰਾ ਚੈਪਟਰ ਹੈ। ਇਹਨੂੰ ਆਪਾਂ ਅਲੱਗ ਤੋਂ ਵੀਡੀਓ 'ਚ ਡਿਸਕਸ ਕਰਾਂਗੇ। ਹਾਲੇ ਤੁਸੀਂ ਇੰਨਾ ਯਾਦ ਰੱਖ ਸਕਦੇ ਹੋ ਕਿ ਜਿਹੜੇ DPSP ਨੇ, ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤ, ਉਹ ਆਪਾਂ ਨੇ ਆਇਰਲੈਂਡ ਦੇ ਸੰਵਿਧਾਨ ਤੋਂ ਲਏ ਨੇ ਬਸ। ਠੀਕ ਹੈ। ਨੈਕਸਟ ਹੈ ਰਾਸ਼ਟਰਪਤੀ ਦੇ ਚੋਣ, ਇਲੈਕਸ਼ਨ ਆਫ ਪ੍ਰੈਜ਼ੀਡੈਂਟ। ਠੀਕ ਹੈ, ਇਹ ਵੀ ਆਪਾਂ ਨੇ ਕਿੱਥੋਂ ਲਏ ਨੇ? ਆਇਰਲੈਂਡ ਤੋਂ ਲਏ ਨੇ। ਨੈਕਸਟ ਹੈ ਬਈ ਨੋਮੀਨੇਸ਼ਨ ਆਫ ਮੈਂਬਰਸ ਟੂ ਰਾਜ ਸਭਾ ਬਾਈ ਪ੍ਰੈਜ਼ੀਡੈਂਟ। ਜਿਹੜਾ ਰਾਸ਼ਟਰਪਤੀ ਹੈ ਉਹ ਆਪਣੀ ਇੱਛਾ ਦੇ ਨਾਲ ਨਾ, ਜੇ ਆਪਾਂ ਇੰਡੀਆ ਦੀ ਗੱਲ ਕਰੀਏ ਹੈ ਨਾ, ਰਾਸ਼ਟਰਪਤੀ ਆਪਣੀ ਇੱਛਾ ਦੇ ਨਾਲ ਰਾਜ ਸਭਾ ਦੇ ਵਿੱਚ 12 ਬੰਦੇ ਨੋਮੀਨੇਟ ਕਰ ਸਕਦਾ ਹੈ ਬਈ। ਠੀਕ ਹੈ ਨਾ, ਨਾਮਜ਼ਦ ਕਰ ਸਕਦਾ ਹੈ ਜਾਂ ਨਾਮਾਂਕਿਤ ਕਰ ਸਕਦਾ ਹੈ ਨਾ, ਆਪਣੀ ਮਰਜ਼ੀ ਦੇ ਨਾਲ ਭੇਜ ਸਕਦਾ ਉਹ ਬਿਨਾਂ ਇਲੈਕਸ਼ਨ ਕਰਾਏ। ਰਾਜ ਸਭਾ ਦੇ ਵਿੱਚ 12। ਠੀਕ ਹੈ ਨਾ, ਇਹ ਆਪਾਂ ਨੇ ਕਿੱਥੋਂ ਲਏ ਨੇ? ਆਇਰਲੈਂਡ ਤੋਂ ਲਏ ਨੇ। ਠੀਕ ਹੈ, ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਣਾ। ਇਹ ਬਸ ਇਹ ਆਖਰੀ ਸਲਾਈਡ ਹੈ ਫਿਰ। ਠੀਕ ਹੈ ਨਾ। ਫਰਾਂਸ ਤੋਂ ਆਪਾਂ ਨੇ ਕੀ ਲਿਆ? ਠੀਕ ਹੈ, ਫਰਾਂਸ ਤੋਂ ਜਿਹੜਾ ਆਪਣਾ ਦੇਸ਼ ਹੈ ਦੀ ਗਣਤੰਤਰ ਪ੍ਰਣਾਲੀ ਚੱਲੇ ਆ ਰਿਹਾ, ਜਿਹੜਾ ਰਿਪਬਲਿਕਨ ਸਿਸਟਮ ਹੈ ਨਾ, ਇਹ ਫਰਾਂਸ ਤੋਂ ਲਿਆ। ਇਸ ਤੋਂ ਇਲਾਵਾ ਜਿਹੜੇ ਆਜ਼ਾਦੀ, ਬਰਾਬਰੀ ਤੇ ਭਾਈਚਾਰੇ ਦੇ ਸਿਧਾਂਤ ਨੇ ਹੈ ਨਾ, ਇਹ ਸਾਰੇ ਦੇ ਸਾਰੇ ਆਪਾਂ ਨੇ ਫਰਾਂਸ ਤੋਂ ਲਏ ਨੇ। ਪ੍ਰਿੰਸੀਪਲਸ ਆਫ ਲਿਬਰਟੀ, ਇਕੁਐਲਿਟੀ ਐਂਡ ਫ੍ਰੈਟਰਨਿਟੀ ਹੈ ਨਾ, ਇਹ ਸਾਰੇ ਆਪਾਂ ਨੇ ਕਿੱਥੋਂ ਲਏ ਨੇ? ਫਰਾਂਸ ਤੋਂ ਲਏ ਨੇ ਬਈ। ਇਹ ਡਾਇਰੈਕਟ ਕੁਐਸਚਨ ਆਉਂਦਾ ਹੈ। ਠੀਕ ਹੈ, ਇਹ ਫਰਾਂਸ, ਜੇ ਫਰਾਂਸ
ਨਾ ਹੋਵੇ ਆਪਸ਼ਨ ਤਾਂ ਕਈ ਵਾਰ ਫਰਾਂਸ ਦੀ ਕ੍ਰਾਂਤੀ ਵਗੈਰਾ ਵੀ ਇੱਦਾਂ ਲਿਖਿਆ ਹੁੰਦਾ ਤਾਂ ਉਹ ਵੀ ਚੱਲ ਜੂਗਾ, ਹੈ ਨਾ, ਕੋਈ ਚੱਕਰ ਨਹੀਂ। ਫਰਾਂਸ ਜਿਹੜਾ ਫ੍ਰੈਂਚ ਰੈਵੋਲੂਸ਼ਨ ਹੋਇਆ ਸੀ ਉੱਥੋਂ ਜਿਹੜੇ ਇਹ ਵਿਚਾਰ ਪ੍ਰਿੰਸੀਪਲਸ ਨੇ, ਸਿਧਾਂਤ ਨੇ, ਇਹ ਉੱਭਰ ਕੇ ਸਾਹਮਣੇ ਆਏ ਸੀਗੇ, ਹੈ ਨਾ, ਤਾਂ ਉੱਥੋਂ ਲਏ ਨੇ ਆਪਾਂ ਨੇ। ਨੈਕਸਟ ਹੈ ਬਈ ਜਾਪਾਨ। ਜਾਪਾਨ ਤੋਂ ਕੀ ਲਿਆ? ਜਾਪਾਨ ਤੋਂ ਆਪਾਂ ਨੇ ਲਿਆ ਕਾਨੂੰਨ ਦੁਆਰਾ ਸਥਾਪਿਤ ਪ੍ਰਕਿਰਿਆ, ਯਾਨੀ ਪ੍ਰੋਸੀਜਰ ਇਸਟੈਬਲਿਸ਼ਡ ਬਾਈ ਲਾ, ਇਹ ਯਾਦ ਰੱਖ ਲੈਣਾ ਆਪਾਂ ਨੇ। ਨੈਕਸਟ ਹੈ ਬਈ ਕੌਂਕਰੈਂਟ ਲਿਸਟ, ਸਮਵਰਤੀ ਸੂਚੀ, ਇਹ ਆਪਾਂ ਨੇ ਆਸਟ੍ਰੇਲੀਆ ਤੋਂ ਲਈ ਹੈ। ਟ੍ਰੇਡ ਐਂਡ ਕਮਰਸ ਪ੍ਰੋਵੀਜ਼ਨ, ਵਪਾਰ ਤੇ ਵਣਜ ਦਾ ਪ੍ਰਬੰਧ ਜਿਹੜਾ ਇਹ ਵੀ ਆਸਟ੍ਰੇਲੀਆ ਤੋਂ, ਤੇ ਜੁਆਇੰਟ ਸੀਟਿੰਗ ਵੀ ਆਸਟ੍ਰੇਲੀਆ ਤੋਂ, ਠੀਕ ਹੈ ਨਾ। ਇਹ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਬਈ ਕਿ ਯਾਰ ਪਤਾ ਨਹੀਂ ਕੀ ਚੀਜ਼ਾਂ ਨੇ, ਇਹ ਆਪਾਂ ਨੇ ਸਾਰੀ ਡਿਸਕਸ ਕਰਨੀ ਹੈ ਬਈ ਅੱਗੇ, ਠੀਕ ਹੈ ਨਾ, ਸੰਵਿਧਾਨ 'ਚ। ਹਾਲੇ ਤੁਸੀਂ ਇੱਥੇ ਇੰਨਾ ਹੀ ਯਾਦ ਰੱਖੋ ਕਿ ਕਿਹੜੇ ਦੇਸ਼ ਤੋਂ ਕੀ ਲਿਆ ਹੈ ਨਾ। ਬਾਕੀ ਸਮਵਰਤੀ ਸੂਚੀ ਬਾਰੇ ਮੈਂ ਤੁਹਾਨੂੰ ਦੱਸ ਦੂੰ। ਸਮਵਰਤੀ ਸੂਚੀ ਉਹ ਸੂਚੀ ਹੁੰਦੀ ਹੈ ਜਿਹੜੀ ਸੂਚੀ 'ਚ ਜਿਹੜੇ ਵੀ ਸਬਜੈਕਟ ਵਿਸ਼ੇ ਜੋ ਲਿਖੇ ਹੁੰਦੇ ਨਾ, ਉਹਨਾਂ ਦੇ ਉੱਤੇ ਜਿਹੜਾ ਕਾਨੂੰਨ ਬਣਾਉਣ ਦਾ ਹੱਕ ਹੈ ਉਹ ਸੈਂਟਰ ਤੇ ਸਟੇਟ ਦੋਨਾਂ ਨੂੰ ਹੈ। ਜਿਵੇਂ ਕੌਂਕਰੈਂਟ ਲਿਸਟ ਹੈ, ਚਲੋ ਮੈਂ ਤੁਹਾਨੂੰ ਐਗਜ਼ਾਮਪਲ ਦੱਸ ਦੂੰ। ਇਹਦੇ 'ਚ ਲਿਖਿਆ ਹੋਇਆ ਇੱਕ ਸਬਜੈਕਟ ਐਜੂਕੇਸ਼ਨ, ਹੈ ਨਾ, ਇਹਦੇ 'ਚ ਇੱਕ ਵਿਸ਼ਾ ਲਿਖਿਆ ਹੋਇਆ ਹੈ ਐਜੂਕੇਸ਼ਨ, ਤਾਂ ਐਜੂਕੇਸ਼ਨ ਦੇ ਉੱਤੇ ਜੋ ਕਾਨੂੰਨ ਬਣਾਉਣ ਦਾ ਹੱਕ ਹੈ ਬਈ ਉਹ ਸੈਂਟਰ ਨੂੰ ਵੀ ਹੈ ਤੇ ਸਟੇਟ ਨੂੰ ਵੀ ਹੈ, ਇਹ ਦੋਨੇ ਬਣਾ ਸਕਦੇ ਆ ਕਾਨੂੰਨ। ਸਮਵਰਤੀ ਸੂਚੀ 'ਚ ਜਿਹੜੇ ਵੀ ਲਿਖੇ ਹੁੰਦੇ ਨੇ ਨਾ ਉਹਨਾਂ 'ਤੇ ਦੋਨਾਂ 'ਤੇ ਕਾਨੂੰਨ, ਮਤਲਬ ਉਹਨਾਂ ਦੇ ਸੈਂਟਰ ਤੇ ਸਟੇਟ ਦੋਨੇ ਕਾਨੂੰਨ ਬਣਾ ਸਕਦੇ ਨੇ। ਬਾਕੀ ਇਹਨੂੰ ਅੱਗਾ ਆਪਾਂ ਪੜ੍ਹਾਂਗੇ ਬਾਈ, ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ, ਹੈ ਨਾ। ਜੁਆਇੰਟ ਸੀਟਿੰਗ ਵਗੈਰਾ ਇਹ ਸਾਰੇ ਆਪਾਂ ਨੇ ਪੜ੍ਹਨੇ ਹੀ ਆ ਬਾਈ। ਚਲੋ ਨੈਕਸਟ ਹੈ ਸਾਊਥ ਅਫਰੀਕਾ। ਸਾਊਥ ਅਫਰੀਕਾ ਤੋਂ ਕੀ ਲਿਆ? ਇੱਕ ਤਾਂ ਰਾਜ ਸਭਾ ਦੇ ਇਲੈਕਸ਼ਨ, ਉਹ ਆਪਾਂ ਨੇ ਸਾਊਥ ਅਫਰੀਕਾ ਤੋਂ ਲਏ ਨੇ। ਦੂਜਾ ਜੋ ਸਭ ਤੋਂ ਮੇਨ ਹੈ ਬਾਈ, ਹੈ ਨਾ, ਸਭ ਤੋਂ ਇੰਪੋਰਟੈਂਟ ਗੱਲ ਹੈ ਉਹ ਹੈ ਜਿਹੜਾ ਜਦੋਂ ਆਪਾਂ ਸੰਵਿਧਾਨ ਨੂੰ ਅਮੈਂਡਮੈਂਟ ਕਰਦੇ ਹਾਂ, ਸੰਵਿਧਾਨ ਦੀ, ਹੈ ਨਾ, ਸੋਧ ਕਰਦੇ ਹਾਂ ਜਾਂ ਸੰਸ਼ੋਧਨ ਕਰਦੇ ਹਾਂ, ਤਾਂ ਉਹਦੇ ਵਾਸਤੇ 2/3 ਬਹੁਮਤ ਚਾਹੀਦਾ ਹੁੰਦਾ ਹੈ ਨਾ। 2/3 ਮੈਜੋਰਟੀ। 2/3 ਮੈਜੋਰਟੀ ਕੀ ਹੁੰਦੀ ਹੈ? ਮੈਜੋਰਟੀ ਬਾਈ ਬਹੁਮਤ ਹੁੰਦਾ ਹੈ ਨਾ। ਜਿਵੇਂ ਮੈਜੋਰਟੀ ਨੂੰ ਤੁਸੀਂ ਇੱਦਾਂ ਯਾਦ ਰੱਖੋ ਯਾਰ, ਜਿਵੇਂ ਸਿੰਪਲ ਮੈਜੋਰਟੀ ਦੀ ਮੈਂ ਗੱਲ ਕਰਾਂ, ਹਾਂ, ਸਿੰਪਲ ਮੈਜੋਰਟੀ ਇਹ ਕਿਹੜੀ ਹੁੰਦੀ ਹੈ? ਮੰਨ ਲਓ ਆਪਣੇ ਕੋਲ ਮਤਲਬ ਜਿਹੜੇ ਚਲੋ ਆਪਣੀ ਕਲਾਸ ਹੀ ਲੈ ਲੈਂਦੇ ਆ ਨਾ, ਆਪਣੀ ਕਲਾਸ 'ਚ 20 ਬੱਚੇ ਨੇ, ਹੈ ਨਾ। ਜੇ ਮੈਂ ਕਹਾਂ ਵੀ ਇਹਨਾਂ ਦੀ ਮੈਜੋਰਟੀ ਵੀ ਕੋਈ ਵੋਟਿੰਗ ਕਰਾਉਣੀ ਹੈ, ਇਹਨਾਂ ਦੀ ਮੈਜੋਰਟੀ ਦੇਖੋ, ਤਾਂ ਕੁਝ ਬੰਦੇ ਯੈਸ ਕਹਿਣਗੇ, ਕੁਝ ਕਹਿਣਗੇ ਨੋ, ਹੈ ਨਾ। ਤਾਂ ਮੰਨ ਲਓ 10 ਬੰਦੇ ਯੈਸ ਕਹਿ ਰਹੇ ਆ, 10 ਨੋ ਕਹਿ ਰਹੇ ਆ, ਠੀਕ ਹੈ ਨਾ। ਤਾਂ ਮੈਜੋਰਟੀ ਕਿਹਨਾਂ ਦੀ ਹੋਈ? ਕਿਸੇ ਦੀ ਵੀ ਨਹੀਂ ਹੋਈ ਮੈਜੋਰਟੀ। ਫਿਰ ਯੈਸ ਵਾਲੇ ਹੋ ਗਏ 11, ਯਾਨੀ 50% ਤੋਂ ਜ਼ਿਆਦਾ ਹੋ ਗਏ, ਤਾਂ ਇਹ ਘਟ ਗਿਆ, ਨੋ ਰਹਿ ਗਏ, ਹੈ ਨਾ। ਤਾਂ ਮੈਜੋਰਟੀ ਕਿਹਨਾਂ ਦੀ ਹੋ ਗਈ? ਯੈਸ ਵਾਲਿਆਂ ਦੀ ਹੋ ਗਈ, ਹੈ ਨਾ। ਤਾਂ ਇਹ ਸਿੰਪਲ ਮੈਜੋਰਟੀ ਹੁੰਦੀ ਹੈ ਬਈ, ਜਿਹੜੀ ਅੱਧ ਤੋਂ ਇੱਕ ਵੱਧ ਹੁੰਦੀ ਹੈ ਨਾ। ਜਿਵੇਂ 50 ਦੀ ਹੋ ਗਈ, ਅੱਧ ਕਿੰਨਾ ਹੋ ਗਿਆ? 25, 25 ਤੋਂ ਇੱਕ ਵੱਧ 26, ਇਹ ਸਿੰਪਲ ਮੈਜੋਰਟੀ ਹੋ ਗਈ, ਹੈ ਨਾ। 100 ਬੰਦੇ ਹੋ ਗਏ, 100 ਦਾ ਅੱਧ ਕਿੰਨਾ ਹੁੰਦਾ? 50, 50 ਤੋਂ ਇੱਕ ਵੱਧ 51, 51, ਇਹ ਸਿੰਪਲ ਮੈਜੋਰਟੀ ਹੋ ਗਈ। ਜੇ ਗੱਲ ਕਰੀਏ 2/3 ਬਹੁਮਤ ਦੀ, ਹੈ ਨਾ, 2/3 ਬਹੁਮਤ ਹੁੰਦਾ ਹੈ ਬਈ, ਮੰਨ ਲਓ 300 ਬੰਦੇ ਨੇ, ਹੈ ਨਾ। ਜੇ ਸਿੰਪਲ ਦੇਖੀਏ 300 ਦਾ, ਤਾਂ 300 ਦਾ ਅੱਧ ਕਿੰਨਾ ਹੈ? 51, 150, ਤੇ 150 ਤੋਂ ਇੱਕ ਵੱਧ 151, ਇਹ ਤਾਂ ਹੋ ਗਿਆ ਸਿੰਪਲ। ਜੇ 2/3 ਦੇਖੀਏ ਇਹਦਾ, ਤਾਂ 300 ਦਾ 2/3 ਕਿੰਨਾ ਹੋਊਗਾ? 2/3 ਦੇ ਨਾਲ ਇਹਨੂੰ ਗੁਣਾ ਕਰ ਦਿਓ, 3 ਦੇ ਨਾਲ 3 ਕੱਟ ਗਿਆ, 100, 200, ਠੀਕ ਹੈ, ਠੀਕ ਹੈ ਬਈ। ਇਹ 2/3 ਬਹੁਮਤ ਹੋ ਗਿਆ, ਇਹ ਸਿੰਪਲ ਬਹੁਮਤ ਹੋ ਗਿਆ। ਹੁਣ ਆਪਣਾ ਸੰਵਿਧਾਨ ਨੂੰ ਜਦੋਂ ਵੀ ਸੰਸ਼ੋਧਨ ਕਰਨਾ ਹੁੰਦਾ ਤਾਂ ਸਾਨੂੰ 2/3 ਬਹੁਮਤ ਚਾਹੀਦਾ ਹੁੰਦਾ, ਤੇ ਇਹ ਸਾਰਾ ਜਿਹੜਾ ਸੰਵਿਧਾਨ ਨੂੰ ਅਮੈਂਡਮੈਂਟ ਕਰਨ ਦਾ ਤਰੀਕਾ ਹੈ, ਜਿਹੜਾ ਪ੍ਰੋਸੀਜਰ ਹੈ ਨਾ, ਸੰਵਿਧਾਨ ਨੂੰ ਸੋਧ ਕਰਨ ਦਾ, ਇਹ ਸਾਰਾ ਆਪਾਂ ਨੇ ਸਾਊਥ ਅਫਰੀਕਾ ਤੋਂ ਲਿਆ। ਕਲੀਅਰ ਹੈ? ਇਹ ਸਭ ਤੋਂ ਇੰਪੋਰਟੈਂਟ ਹੈ ਬਈ, ਠੀਕ ਹੈ। ਇਹ ਇੱਕ ਟੌਪਿਕ ਸੀਗਾ ਆਪਣਾ ਭਾਰਤ ਦੇ ਸੰਵਿਧਾਨ ਦੇ ਜਿਹੜੇ ਵੱਖ-ਵੱਖ ਸਰੋਤ ਨੇ, ਇਹ ਤੁਸੀਂ ਸਾਰੇ ਯਾਦ ਕਰਨੇ ਆ ਬਈ, ਕਿਸੇ ਨਾ ਕਿਸੇ ਐਗਜ਼ਾਮ 'ਚ ਪੁੱਛੇ ਹੀ ਜਾਂਦੇ ਆ, ਠੀਕ ਹੈ ਨਾ। ਆਪਾਂ ਇਹਨਾਂ 'ਚ ਕੋਈ ਵੀ ਸਕਿਪ ਨਹੀਂ ਕਰ ਸਕਦੇ, ਆਪਾਂ ਨੇ ਪਹਿਲਾਂ ਹੀ ਪੂਰੇ ਲਿਖੇ ਆ, ਫਾਲਤੂ ਆਪਾਂ ਨੇ ਕੁਝ ਲਿਖਿਆ ਹੀ ਨਹੀਂ। ਜੇ ਤੁਸੀਂ ਇਹਨਾਂ 'ਚੋਂ ਵੀ ਸਕਿਪ ਕਰਕੇ ਚੱਲੋਗੇ ਤਾਂ ਕੁਐਸਚਨ ਤੁਸੀਂ ਪੱਕਾ ਸਕਿਪ ਕਰ ਜਾਓਗੇ, ਫਿਰ ਕੁਐਸਚਨ, ਹੈ ਨਾ, ਜਿਹੜਾ ਮਤਲਬ ਪੇਪਰ ਹੋਊਗਾ ਉਹਦੇ 'ਚ ਵੀ, ਠੀਕ ਹੈ। ਉਸ ਤੋਂ ਬਾਅਦ ਆਪਣਾ ਨੈਕਸਟ ਟੌਪਿਕ ਹੈ ਬਈ ਪ੍ਰੀਐਮਬਲ, ਪ੍ਰਸਤਾਵਨਾ ਜਿਹਨੂੰ ਆਪਾਂ ਕਹਿੰਦੇ ਆ, ਹੈ ਨਾ। ਇਹ ਹੈ ਕੀ ਹੈ? ਦੇਖੋ, ਜਦੋਂ ਸੰਵਿਧਾਨ ਬਣਾਇਆ ਗਿਆ, ਹੈ ਨਾ, ਉਸ ਟਾਈਮ ਜਿਹੜਾ ਬਣ ਕੇ ਤਿਆਰ ਹੋਇਆ ਸੀ, ਪਾਰਟ ਕਿੰਨੇ ਸੀਗੇ ਸੰਵਿਧਾਨ 'ਚ? 22 ਪਾਰਟ ਸੀ, ਹੈ ਨਾ। ਆਰਟੀਕਲ ਯਾਨੀ ਜਿਹੜੇ ਅਨੁਛੇਦ ਨੇ, ਹੈ ਨਾ, ਉਹ ਕਿੰਨੇ ਸੀਗੇ? ਉਹ 395 ਸੀ ਬਾਈ, ਠੀਕ ਹੈ। ਜਿਹੜੇ ਸ਼ਡਿਊਲ ਸੀਗੇ ਉਹ ਕਿੰਨੇ ਸੀ? ਸ਼ਡਿਊਲ 8 ਸੀਗੀਆਂ ਸੂਚੀਆਂ, ਹੈ ਨਾ, ਇਹ ਸੀ। ਇਹਨਾਂ ਤੋਂ ਮਿਲ ਕੇ ਹੀ ਆਪਣਾ ਕੀ ਬਣਿਆ ਸੀ? ਸੰਵਿਧਾਨ। ਫਿਰ ਇਹ ਪ੍ਰਸਤਾਵਨਾ ਕੀ ਹੈ? ਦੇਖੋ, ਪ੍ਰਸਤਾਵਨਾ ਤੁਸੀਂ ਇੱਦਾਂ ਯਾਦ ਰੱਖੋ ਵੀ ਜਿਹੜਾ ਸੰਵਿਧਾਨ ਹੈ ਨਾ, ਸੰਵਿਧਾਨ ਦੇ ਬਿਲਕੁਲ ਬਾਹਰਲੀ ਸਾਈਡ ਪ੍ਰਸਤਾਵਨਾ ਲਿਖੀ ਹੋਈ ਹੈ ਨਾ। ਜਦੋਂ ਆਪਾਂ ਸੰਵਿਧਾਨ ਨੂੰ ਸ਼ੁਰੂ ਕਰਦੇ ਹਾਂ ਨਾ, ਸਭ ਤੋਂ ਪਹਿਲੀ ਅਗਰ ਕੋਈ ਚੀਜ਼ ਹੈ ਪੜ੍ਹਨੇ ਵਾਲੀ,
है ना। संविधान का जो आप मतलब तुसीं ये समझ लो भी संविधान आपने खोलिया है ना, सब तो पहला पेज है जिहड़ा उत्थे लिखिया होया है प्रस्तावना प्रीएम्बल, ठीक है। इनू पढ़ के पता लग जूगा भी अंदर संविधान च की हुंदा है ना। जिवें आपां कोई बुक खरीदते हैं ना, बुक खरीदते हैं, बुक नूं बाहर ते या पहला पेज पढ़ के पता लग जाता है ना भी अंदर बुक च की मटीरीयल है ना, की चीज़ सानूं मिलूगी है ना, बाहर लिखिया पिया हुंदा उन्हां दे या किहड़े सबजैक्ट की बुक है। इदां ही प्रस्तावना है ना, तुसीं इदां रिलेट करके याद कर लो, ठीक है बई। तो अमेरिका ने दुनिया का सब तो पहला संविधान बनाया सी, तो अमेरिका ही पहला देश सीगा जिन्हें अपने संविधान च प्रस्तावना नूं शामिल करिया सी, ठीक है। ये याद रखना तुसीं, प्रस्तावना शामिल करने वाला अमेरिका दुनिया का पहला देश सी अपने संविधान च, ठीक है। तो फिर जो इंडिया वाले संविधान बनाने लगे है ना, इंडिया च भी जवाहर लाल नेहरू ने भी कहा कि बई आपां भी अपने संविधान च की ऐड करनी है, प्रस्तावना ऐड करनी है। तो प्रस्तावना नूं किहदे कहण ते ऐड कराया गया, जवाहर लाल नेहरू के कहण ते, ठीक है बई, ठीक है जी। उस तो बाद प्रस्तावना बारे होर देख लो पॉइंट, जिवें प्रस्तावना नूं की कहा जाता है, प्रस्तावना यानी प्रेम्बल नूं आई कार्ड ऑफ कॉन्स्टिट्यूशन यानी पछाण पत्तर भी कहा जाता। ये किने कहा सीगा, ये कहा सी NA पलकीवाला ने, ठीक है ना। ये भी क्वेश्चन डायरैक्ट आंदा। बाकी बई प्रेम्बल है जिहड़ा प्रस्तावना, इहनूं संविधान की आत्मा भी कहा जाता है। ये किने कहा सी, ये कहा सी ठाकुरदास भार्गव ने। गल ये है बई, जे तुहानूं ऑप्शन च ठाकुरदास भार्गव ना मिले बाई चांस है ना, क्योंकि मैं ज़्यादातर जोड़े एग्जाम्स देखे ने या क्विज वगैरह जी भी चलती ने है ना, उन्होंने ठाकुरदास जोड़ा भार्गव है यदा नाम नहीं आता, और ज़्यादातर जवाहर लाल नेहरू नूं कहंदे आ भी इसने कहा सीगा है ना। चलो कोई नहीं, आपां याद इदा रखांगे कि जे तां ऑप्शन च आ गया ठाकुरदास भार्गव फिर तो सही आंसर आही है बई, है ना, कुछ हो जाए चाहे। जे ठाकुरदास भार्गव नहीं ऑप्शन च है फिर तुसीं जवाहर लाल नेहरू टिक कर सकते हो, कोई चक्कर वाली गल नहीं, ठीक है। संविधान की आत्मा, ठीक है ना। संविधान की आत्मा किसनूं कहा गया, प्रस्तावना नूं कहा सीगा, किसने कहा सी, ठाकुरदास भार्गव ने। बाकी संविधान की कुंजी की, ठीक है ना, की ऑफ कॉन्स्टिट्यूशन, ये भी ठाकुरदास भार्गव ने ही कहा सी। क्लीयर है। ये सारे क्वेश्चन पूछे जाते हैं कि संविधान का आई कार्ड किनूं कहा जाता है, संविधान की आत्मा किनूं कहा जाता है, संविधान की कुंजी किनूं कहा जाता है, ये सारा कुछ कहा जाता है प्रस्तावना नूं यानी प्रेम्बल नूं। हुण ये इन्ना इंपोर्टेंट हो गया ना, इनू आत्मा कह रहे हैं है ना, चाबी कह रहे हैं, है की है बई ये वो देख लेंगे आपां। ये जिहड़ा हैगा ना बई, ये अपना प्रीएम्बल, तो ये जिहड़ा हैगा बई ये अपने संविधान का प्रीएम्बल है, प्रस्तावना, ठीक है। इत्थों शुरू हुंदी है वी द पीपल ऑफ इंडिया तो इत्थे खत्म हुंदी है। ये सारा का सारा याद करने की कोई लोड़ नहीं बई, ठीक है ना। जिहड़े क्वेश्चन बनते हैं वो मैं तुहानूं क्लीयरली दस रहा भी किहड़े क्वेश्चन बनते हैं एक प्रस्तावना के उपर, ठीक है। सब तो पहला प्रश्न तो आई है कि जिहड़ी प्रस्तावना है वो कित्थों शुरू हुंदी है, तो वो शुरू हुंदी है वी द पीपल ऑफ इंडिया तो, वी द पीपल ऑफ इंडिया तो प्रस्तावना शुरू हुंदी है, ठीक है। तो इस तो इलावा इंडिया वर्ड है जिहड़ा वो कितनी बार आउंदा प्रस्तावना च, तो इंडिया वर्ड एक ए हो गया तो एक ए हो गया भी, टोटल 2 बार आउंदा भाई, ठीक है ना। ये याद रखना है तुसी। इस तो इलावा प्रस्तावना दे विच जस्टिस की गल हुई है कि जस्टिस मिलूगा, न्याय मिलूगा, तो न्याय कितनी तरह का, 1 2 ते 3 तरह का न्याय मिलूगा बई, ये प्रस्तावना च लिखा हुआ। फिर गल हुई है लिबर्टी की यानी आज़ादी की, तो आज़ादी मिलूगी कितनी तरह की, 5 तरह की आज़ादी मिलूगी बई, एक थॉट, एक्सप्रैशन, बिलीफ, फेथ, वर्शिप, ठीक है। 5 तरह की आज़ादी है, 3 तरह का न्याय है। ये डायरैक्ट क्वेश्चन बनते हैं बई, ठीक है। इस तो इलावा प्रस्तावना ते किहड़ी डेट लिखी है, तो प्रस्तावना ते डेट वही लिखी है बई जिहड़ी डेट नूं संविधान अपनाया गया सी, यानी 26 नवंबर 1949 नूं अपनाया गया सी बई, वही डेट लिखी है, ठीक है। ये सारे पॉइंट तुसीं याद रखने ने। बाकी ये जिहड़े वर्ड ने है ना, सोवरन का मतलब पूछा जाता, तो सोवरन का मतलब हो गया पूरी तरह तो जिहड़ा मतलब स्वतंत्र हो गया है ना, पूरी तरह तो स्वतंत्र। सोशलिस्ट का मतलब समाजवादी हो गया, सैकुलर का मतलब धर्म निरपेक्ष हो गया, डेमोक्रेटिक का मतलब लोकतांत्रिक हो गया, है ना। तो ये सारा कुछ अपनी प्रस्तावना च लिखा हुआ है कि आपां भारत के लोग ने जिहड़े है ना वो भारत नूं इहो जिहा बनाउणगे, इहो जिहा बनाउणगे, ठीक है। इत्थे न्याय मिलूगा, ये वाला न्याय मिलूगा, लिबर्टी होगी, सानूं इन्हां दी लिबर्टी होगी, ये सारा कुछ है ना, भाईचारा ये वो लिख के 26 नवंबर की तारीख है, तो इस दिन आपां संविधान नूं की कर रहे हैं, अडोप्ट कर रहे हैं, अपना रहे हैं। ये सारा कुछ लिखा हुआ है, जिहड़े संविधान बनाने वाले सीगे एंड च उन्होंने सारे ने साइन मारे हुए ने इहदे ते, ठीक है। ये सारा कुछ की है प्रस्तावना, जिहड़ा संविधान का सब तो पहला पेज है, तुसीं आ देख लो, बस इदां दा ही है, ठीक है ना। क्लीयर है बई। हुण प्रस्तावना के उत्ते होर भी काफ़ी क्वेश्चन ने बई, जिवें
ਜਦੋਂ ਪ੍ਰਸਤਾਵਨਾ ਬਣਾਈ ਗਈ ਹੈ ਨਾ, ਪ੍ਰਸਤਾਵਨਾ ਬਣਾਉਣ ਤੋਂ ਬਾਅਦ ਜਦੋਂ ਕਦੀ ਵੀ ਸੰਵਿਧਾਨ ਨੂੰ ਮਤਲਬ ਆਪਾਂ ਨੇ ਸੰਸ਼ੋਧਨ ਕਰਿਆ ਉਹਦਾ ਹੈ ਨਾ, ਉਹਨੂੰ ਐਡਿਟ ਕਰਿਆ, ਤਾਂ ਇੱਕ ਡਿਬੇਟ ਜੀ ਛਿੜ ਗਈ। ਡਿਬੇਟ ਕੀ ਸੀ ਕਿ ਜਿਹੜੀ ਪ੍ਰਸਤਾਵਨਾ ਹੈ ਉਹ ਸੰਵਿਧਾਨ ਦਾ ਹਿੱਸਾ ਹੈ ਜਾਂ ਨਹੀਂ, ਠੀਕ ਹੈ। ਤਾਂ ਜਦੋਂ ਕਦੇ ਵੀ ਸੰਵਿਧਾਨ ਦੇ ਬਾਰੇ ਕੁਝ ਵੀ ਮਤਲਬ ਜਾਣਨਾ ਹੁੰਦਾ ਹੈ ਨਾ, ਜਦੋਂ ਸਰਕਾਰਾਂ ਦੇ ਵੱਸ ਦੀ ਨਹੀਂ ਰਹਿੰਦੀ ਗੱਲ, ਤਾਂ ਫਿਰ ਇਨ ਦਾ ਐਂਡ ਉਹ ਕਿੱਥੇ ਪਹੁੰਚਦੇ ਨੇ ਸਾਰੇ, ਸੁਪਰੀਮ ਕੋਰਟ, ਹੈ ਨਾ। ਤਾਂ ਸੁਪਰੀਮ ਕੋਰਟ ਨੂੰ ਕਿਹਾ ਜਾਂਦਾ ਹੈ ਕਿ ਉਹੀ ਦੱਸੂਗਾ ਸਾਰਾ ਕੁਝ ਸੰਵਿਧਾਨ ਬਾਰੇ, ਹੈ ਨਾ। ਸੰਵਿਧਾਨ ਨੂੰ ਐਕਸਪਲੇਨ ਕਰਨ ਦੀ ਜ਼ਿੰਮੇਵਾਰੀ ਕਿਹਦੇ ਕੋਲ ਹੈ, ਸਮਝੋ ਸੁਪਰੀਮ ਕੋਰਟ ਕੋਲ ਹੈ ਨਾ। ਤਾਂ ਸੁਪਰੀਮ ਕੋਰਟ 'ਚ ਇੱਕ ਕੇਸ ਚੱਲ ਰਿਹਾ ਸੀ, ਬੈਰੂਬਰੀ ਯੂਨੀਅਨ ਕੇਸ, 1960 ਦੀ ਗੱਲ ਹੈ। ਇਹ ਕੁਐਸਚਨ ਡਾਇਰੈਕਟ ਵੀ ਆ ਜਾਂਦਾ ਬਈ ਕਿ ਬੈਰੂਬਰੀ ਯੂਨੀਅਨ ਕੇਸ ਕਦੋਂ ਚੱਲ ਰਿਹਾ ਸੀ, 1960 'ਚ, ਠੀਕ ਹੈ। ਤਾਂ ਇਸ ਕੇਸ 'ਚ ਸੁਪਰੀਮ ਕੋਰਟ ਨੇ ਫੈਸਲਾ ਦਿਆ ਸੀ ਕਿ ਪ੍ਰੇਮਬਲ ਹੈ ਜਿਹੜਾ ਉਹ ਸੰਵਿਧਾਨ ਦਾ ਹਿੱਸਾ ਨਹੀਂ ਹੈ, ਠੀਕ ਹੈ। ਤਾਂ ਇਹ ਕੁਐਸਚਨ ਵੀ ਬਣਦਾ ਕਿ ਸੁਪਰੀਮ ਕੋਰਟ ਨੇ ਕਿਹੜੇ ਕੇਸ 'ਚ ਸਟੇਟਮੈਂਟ ਦਈ ਸੀ ਕਿ ਪ੍ਰਸਤਾਵਨਾ ਯਾਨੀ ਜਿਹੜਾ ਪ੍ਰੇਮਬਲ ਹੈ ਉਹ ਸੰਵਿਧਾਨ ਦਾ ਹਿੱਸਾ ਨਹੀਂ ਹੈ। ਤਾਂ ਇਹ ਬੈਰੂਬਰੀ ਯੂਨੀਅਨ ਕੇਸ, ਠੀਕ ਹੈ। ਉਸ ਤੋਂ ਬਾਅਦ ਥੋੜ੍ਹੇ ਟਾਈਮ ਬਾਅਦ ਇੱਕ ਕੇਸ ਹੋਰ ਚੱਲ ਰਿਹਾ ਸੀ ਸੁਪਰੀਮ ਕੋਰਟ 'ਚ, ਕੇਸ਼ਵਾਨੰਦ ਭਾਰਤੀ ਕੇਸ। ਇਹ 1973 ਦੀ ਗੱਲ ਹੈ ਬਈ, ਇਹ ਕੁਐਸਚਨ ਵੀ ਡਾਇਰੈਕਟ ਆਉਂਦਾ ਹੈ ਨਾ। ਤਾਂ ਇਸ ਕੇਸ 'ਚ ਸੁਪਰੀਮ ਕੋਰਟ ਨੇ ਫੈਸਲਾ ਦਿਆ ਸੀ ਕਿ ਜਿਹੜਾ ਪ੍ਰੇਮਬਲ ਹੈ ਉਹ ਸੰਵਿਧਾਨ ਦਾ ਕੀ ਹੈ, ਹਿੱਸਾ ਹੈ, ਅਤੇ ਇਹਨੂੰ ਆਪਾਂ ਕੀ ਕਰ ਸਕਦੇ ਹਾਂ, ਅਮੈਂਡਮੈਂਟ ਕਰ ਸਕਦੇ ਹਾਂ, ਇਹਨੂੰ ਆਪਾਂ ਸੰਸ਼ੋਧਨ ਕਰ ਸਕਦੇ ਹਾਂ ਇਹਦਾ, ਹੈ ਨਾ। ਇਸ ਤੋਂ ਇਲਾਵਾ ਬਾਅਦ 'ਚ ਇੱਕ LIC ਕੇਸ ਵੀ ਚੱਲਿਆ ਸੀ, ਹੈ ਨਾ, LIC ਇੰਡੀਆ ਦਾ ਕੇਸ। ਇਹਦੇ 'ਚ ਵੀ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਹਾਂ ਇਹ ਜਿਹੜਾ ਪ੍ਰੇਮਬਲ ਹੈ ਪ੍ਰਸਤਾਵਨਾ ਇਹ ਸੰਵਿਧਾਨ ਦਾ ਹਿੱਸਾ ਹੈ ਅਤੇ ਇਹਨੂੰ ਆਪਾਂ ਐਡਿਟ ਜਾਂ ਚੇਂਜ ਜਾਂ ਸੰਸ਼ੋਧਨ ਕਰ ਸਕਦੇ ਹਾਂ, ਠੀਕ ਹੈ। ਤਾਂ ਫਿਰ ਸੰਸ਼ੋਧਨ ਕਰਿਆ ਗਿਆ ਪ੍ਰੇਮਬਲ ਦਾ, ਪ੍ਰਸਤਾਵਨਾ ਦਾ, ਇੱਕ ਵਾਰ ਹੀ ਹੋਇਆ ਵੀ ਹਾਲੇ ਤੱਕ, ਠੀਕ ਹੈ ਨਾ। ਇਹ ਪੁਆਇੰਟ ਤੁਸੀਂ ਕਲੀਅਰਲੀ ਯਾਦ ਰੱਖਣਾ ਹੈ। ਅੱਜ ਤੱਕ ਸਿਰਫ ਇੱਕ ਵਾਰ ਹੀ ਪ੍ਰਸਤਾਵਨਾ ਦਾ ਸੰਸ਼ੋਧਨ ਹੋਇਆ ਹੈ, ਠੀਕ ਹੈ। ਉਹ ਕਦੋਂ ਹੋਇਆ ਸੀ, ਉਹ 42ਵੀਂ ਸੰਸ਼ੋਧਨ ਦੇ ਦੁਆਰਾ 1976 'ਚ ਹੋਇਆ ਸੀ ਬਾਈ, ਠੀਕ ਹੈ। 42ਵੀਂ ਸੰਸ਼ੋਧਨ 1976 ਦੇ ਤਹਿਤ 3 ਨਵੇਂ ਵਰਡ, ਇੱਕ ਸੋਸ਼ਲਿਸਟ ਹੋ ਗਿਆ, ਇੱਕ ਸੈਕੂਲਰ ਹੋ ਗਿਆ ਅਤੇ ਇੱਕ ਇੰਟੀਗ੍ਰਿਟੀ ਹੋ ਗਿਆ। ਇਹ 3 ਨਵੇਂ ਵਰਡ ਐਡ ਕੀਤੇ ਗਏ ਸੀਗੇ ਸੰਵਿਧਾਨ ਦੇ ਵਿੱਚ। ਕਦੋਂ, 42ਵੀਂ ਸੰਸ਼ੋਧਨ ਦੇ ਤਹਿਤ 1976 ਦੇ ਵਿੱਚ। ਕਲੀਅਰ ਹੈ। ਸੋਸ਼ਲਿਸਟ ਦਾ ਮਤਲਬ ਸਮਾਜਵਾਦੀ, ਸੈਕੂਲਰ ਦਾ ਮਤਲਬ ਤੁਹਾਨੂੰ ਪਤਾ ਹੀ ਹੈ ਧਰਮ ਨਿਰਪੇਖ ਹੋ ਗਿਆ ਬੰਦਾ ਜਿਹੜਾ ਸਾਰੇ ਧਰਮਾਂ ਨੂੰ ਬਰਾਬਰ ਸਮਝੇ, ਹੈ ਨਾ। ਅਤੇ ਇੰਟੀਗ੍ਰਿਟੀ ਮਤਲਬ ਅਖੰਡਤਾ। ਇਹ 3 ਨਵੇਂ ਸ਼ਬਦ ਸੀਗੇ ਜਿਹੜੇ ਸੰਵਿਧਾਨ ਦੇ ਵਿੱਚ ਸ਼ਾਮਿਲ ਕਰੇ ਗਏ ਸੀਗੇ। ਇਹਦੇ 'ਤੇ ਕੁਐਸਚਨ ਡਾਇਰੈਕਟ ਬਣਦਾ ਬਈ, ਜ਼ਿਆਦਾ ਤੁਹਾਨੂੰ ਪੁੱਛਣਗੇ ਕਿ ਸੰਵਿਧਾਨ ਨੂੰ ਕਦੋਂ ਐਡਿਟ ਕੀਤਾ ਗਿਆ, ਸੰਸ਼ੋਧਨ ਕੀਤਾ ਗਿਆ, ਤਾਂ 1976 42ਵੀਂ ਸੰਸ਼ੋਧਨ ਸੀਗੀ, ਹੈ ਨਾ। ਜਾਂ ਫਿਰ ਉਹ ਕੀ ਕਰਨਗੇ, 4 ਆਪਸ਼ਨ ਦੇ ਦੇਣਗੇ। ਆਪਸ਼ਨ A ਹੋ ਗਿਆ ਸਮਾਜਵਾਦੀ, ਆਪਸ਼ਨ B ਹੋ ਗਿਆ ਧਰਮ ਨਿਰਪੇਖ, ਆਪਸ਼ਨ C ਹੋ ਗਿਆ ਅਖੰਡਤਾ, ਅਤੇ ਆਪਸ਼ਨ D ਕੁਛ ਵੀ ਮਤਲਬ ਭਾਈਚਾਰਾ ਜਾਂ ਕੋਈ ਹੋਰ ਨਵਾਂ ਵਰਡ, ਹੈ ਨਾ, ਲੋਕਤੰਤਰ ਵਗੈਰਾ ਇੱਦਾਂ ਲਿਖ ਦੇਣਗੇ ਅਤੇ ਕਹਿ ਦੇਣਗੇ ਇਹਨਾਂ 'ਚੋਂ ਕਿਹੜਾ ਵਰਡ ਹੈ ਜਿਹੜਾ 1976 ਵਿੱਚ ਨਹੀਂ ਜੋੜਿਆ ਗਿਆ ਸੀ, ਠੀਕ ਹੈ ਨਾ। ਇਹ ਕੁਐਸਚਨ ਹੁਣ ਜਿਹੜੇ ਜੇਲ੍ਹ ਵਾਰਡਰ ਵਾਲੇ ਪੇਪਰ ਹੋ ਕੇ ਹਟੇ ਨੇ, ਹੈ ਨਾ, ਉਹਨਾਂ 'ਚ ਆ ਚੁੱਕਿਆ ਬਈ, ਠੀਕ ਹੈ। ਤਾਂ ਇਹ ਤੁਸੀਂ ਦੇਖ ਲੈਣਾ, ਇਹ ਪ੍ਰਸਤਾਵਨਾ ਤੋਂ ਰਿਲੇਟਡ ਕੁਐਸਚਨ ਨੇ, ਠੀਕ ਹੈ। ਮੈਨੂੰ ਲੱਗਦਾ ਤੁਹਾਨੂੰ ਹੋ ਗਿਆ ਹੋਣਾ ਕਲੀਅਰ। ਬਾਕੀ ਦੇਖੋ ਆਪਾਂ ਨੇ ਹੁਣ ਇਸ ਵੀਡੀਓ 'ਚ ਡਿਸਕਸ ਕੀ ਕਰਿਆ। ਇਸ ਤੋਂ ਪਹਿਲਾਂ ਜਿਹੜੇ ਵੀਡੀਓ ਸੀ ਜੇ ਤੁਸੀਂ ਉਹ ਨਹੀਂ ਵੇਖੀ ਤਾਂ ਪਹਿਲਾਂ ਉਹ ਵੇਖ ਲਿਓ ਬਈ, ਹੈ ਨਾ। ਇੱਦਾਂ ਫਿਰ ਵਿੱਚ ਤੋਂ ਸਮਝ ਨਹੀਂ ਆਣੀ। ਪਹਿਲਾਂ ਆਪਾਂ ਡਿਸਕਸ ਕਰਿਆ ਸੀਗਾ ਬਈ ਸੰਵਿਧਾਨ ਦੀ ਮੰਗ ਕਿਹਨੇ ਕਰੀ, ਫਿਰ ਸੰਵਿਧਾਨ ਸਭਾ ਬਣੀ ਹੈ ਆਪਣੀ, ਹੈ ਨਾ। ਫਿਰ ਉਹਨਾਂ ਨੇ ਸਾਰਾ ਸੰਵਿਧਾਨ ਬਣਾਇਆ 9 ਦਸੰਬਰ 1946 ਤੋਂ ਲੈ ਕੇ 1950 ਤੱਕ, ਹੈ ਨਾ। 1946 ਤੋਂ ਲੈ ਕੇ 1950 ਤੱਕ ਇਹਨਾਂ ਨੇ ਸੰਵਿਧਾਨ ਬਣਾਇਆ। ਫਿਰ ਸੰਵਿਧਾਨ ਬਣਾਉਣ ਦੇ ਟਾਈਮ ਇਹਨਾਂ ਨੇ ਜਿਹੜੇ ਵੀ ਅਲੱਗ-ਅਲੱਗ ਕੰਟਰੀਜ਼ ਤੋਂ ਕੁਛ ਵੀ ਇਹਨਾਂ ਨੇ ਮਤਲਬ ਲਿਆ ਸੰਵਿਧਾਨ ਬਣਾਉਣ ਵਾਲਿਆਂ ਨੇ, ਹੈ ਨਾ, ਜਿਹੜੇ ਸੋਰਸ ਹੋ ਗਏ ਆਪਾਂ ਨੇ ਉਹ ਡਿਸਕਸ ਕਰੇ ਅਤੇ ਫਿਰ ਪ੍ਰੇਮਬਲ ਡਿਸਕਸ ਕਰਿਆ। ਹੁਣ ਇਹ 2 ਲੈਕਚਰ ਹੋ ਚੁੱਕੇ ਨੇ। ਇਸ ਤੋਂ ਇਲਾਵਾ ਬਈ ਕੱਲ੍ਹ ਤੋਂ ਆਪਾਂ ਸੰਵਿਧਾਨ ਪੜ੍ਹਨਾ ਸ਼ੁਰੂ ਕਰਾਂਗੇ ਭਾਗ ਪਹਿਲੇ ਤੋਂ, ਠੀਕ ਹੈ। ਉਹ ਦੇਖਾਂਗੇ ਸਾਰਾ ਦਾ ਸਾਰਾ, ਅਤੇ ਆਪਾਂ ਕੋਸ਼ਿਸ਼ ਕਰਾਂਗੇ ਕਿ ਜਿਹੜੀ ਵੀਡੀਓ ਹੈ ਨਾ ਉਹ ਥੋੜ੍ਹੀ ਲੰਬੀ ਹੋਰ ਹੋ ਸਕੇ ਤਾਂ ਕਿ ਜਿਹੜਾ ਟੋਪਿਕ ਹੈ ਤੁਹਾਡਾ ਉਹ ਜਲਦੀ ਕਲੀਅਰ ਹੋ ਜਾਏ, ਜਿਹੜਾ ਸੰਵਿਧਾਨ ਹੈ ਉਹ ਜਲਦੀ ਕਲੀਅਰ ਹੋ ਜਾਏ, ਠੀਕ ਹੈ। ਅਤੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਬਈ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ, ਅਤੇ ਕੋਈ ਹੋਰ ਕੁਐਰੀ ਹੋਏ ਤੁਹਾਡੀ ਤਾਂ ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਮੈਸੇਜ ਕਰ ਸਕਦੇ ਹੋ, ਠੀਕ ਹੈ। ਥੈਂਕ ਯੂ।